सत श्री अकाल, स्वागत है। गौरव शुक्ला मैं हाँ तुहाडे नाल हाज़र हां खबरां दा प्राइम टाइम लैके। ते प्राइम टाइम दे विच अज गल वैलिड जां इनवैलिड दी, संविधानिक जां गैर संविधानिक दी गल होनी है अज सैशन दी। देखो इतिहास दे विच बहुत कुछ पहली बार हुंदा है ते शायद यह भी पहली बार हो रहा होवे कि सैशन दे खत्म होने दे 34 दिनां बाद भी 34 दिनां बाद असीं स्पैशल सैशन दे उत्ते चर्चा कर रहे हैं। दरअसल करिए कि विवाद मुक ही नहीं रहा, कोई भी धिर अपनी गल नूं हेठां लगण ही नहीं दे रही, ना मुख्यमंत्री वाले पासे ना गवर्नर वाले पासे। चिट्ठी ते चिट्ठी, बयान ते बयान दा सिलसिला लगातार जारी है जो लगातार तुहाडे तक भी पहुंच रहा है। तो अज चर्चा कि ये जो तर्क दिते जा रहे हैं, मुख्यमंत्री कहते हैं कि असीं पूरी गलबात करके ही अपने जिहड़े लीगल एक्सपर्ट ने उन्हां दे नाल गलबात करके सैशन सद्दिया सी। दूजे पासे जिहड़े गवर्नर ने वो कह रहे हैं कि मैं कानूनी राय ले ली है, इस सैशन बिल्कुल भी संविधानिक नहीं सी, गैर संविधानिक सी। तो अज चर्चा इस पूरे मुद्दे उत्ते ही करांगे कि आखिर किसदे तर्क वैलिड ने ते किसदे इनवैलिड ने। अज चर्चा इस दे उत्ते होएगी और कोशिश करांगे कि चर्चा दे नाल नाल समझण दी कोशिश करिए कि साडा संविधान आखिर कहंदा की है, कि वाकई संविधान ये कहंदा है कि गवर्नर की इजाजत तो बिना नहीं सैशन सद्दिया जा सकता। एक रिपोर्ट देखो, चर्चा की फिर शुरुआत करते हैं। ਇਹ ਬੜੀ 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 ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਗਵਰਨਰ ਨੂੰ ਇਹ ਨਹੀਂ ਪਤਾ ਕਿ ਸੈਸ਼ਨ ਜਿਹੜਾ ਉਹ ਲੀਗਲ ਸੀ ਜਾਂ ਇਲੀਗਲ। ਸਪੀਕਰ ਸਾਹਿਬ ਤੁਸੀਂ ਸੋਚ ਸਕਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਬੁਲਾਏ ਗਏ ਵਿਸ਼ੇਸ਼ ਇਜਲਾਸ ਤੇ ਸੈਸ਼ਨ ਦੇ ਦੌਰਾਨ ਪਾਸ ਕੀਤੇ ਗਏ ਬਿੱਲਾਂ ਨੂੰ ਲੈ ਕੇ ਘਮਸਾਨ ਲਗਾਤਾਰ ਜਾਰੀ ਹੈ ਤੇ ਮੁੱਖ ਮੰਤਰੀ ਅਤੇ ਗਵਰਨਰ ਦੇ ਵਿਚਕਾਰ ਆਰ-ਪਾਰ ਦੀ ਲੜਾਈ ਚੱਲ ਰਹੀ ਹੈ। ਪਹਿਲਾਂ ਮੁੱਖ ਮੰਤਰੀ ਨੇ ਇਸ ਗੱਲ ਤੇ ਹੈਰਾਨਗੀ ਪ੍ਰਗਟਾਈ ਕਿ ਗਵਰਨਰ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਸੈਸ਼ਨ ਲੀਗਲ ਸੀ ਜਾਂ ਇਲੀਗਲ। ਤਾਂ ਹੁਣ ਅੱਗੋਂ ਗਵਰਨਰ ਦਾ ਵੀ ਜਵਾਬ ਆ ਗਿਆ। ਗਵਰਨਰ ਨੇ ਵਿਸ਼ੇਸ਼ ਇਜਲਾਸ ਨੂੰ ਸਪਸ਼ਟ ਤੌਰ ਤੇ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਹੈ। ਗਵਰਨਰ ਨੇ ਮੁੱਖ ਮੰਤਰੀ ਨੂੰ ਭੇਜੀ ਚਿੱਠੀ ਦੇ ਵਿੱਚ ਲਿਖਿਆ ਕਿ ਮੈਂ ਸੈਸ਼ਨ ਤੇ ਕਾਨੂੰਨੀ ਰਾਏ ਲਈ ਹੈ, ਤੁਹਾਡਾ ਸੈਸ਼ਨ ਸਪਸ਼ਟ ਤੌਰ ਤੇ ਗੈਰ ਕਾਨੂੰਨੀ ਸੀ, ਕਾਨੂੰਨੀ ਰਾਏ ਦਾ ਸਾਰ ਵੀ ਤੁਹਾਨੂੰ ਭੇਜ ਦਿੱਤਾ ਹੈ। ਮੈਨੂੰ ਬਹੁਤ ਸਾਰੀਆਂ ਭ੍ਰਿਸ਼ਟਾਚਾਰ ਬਾਬਤ ਸ਼ਿਕਾਇਤਾਂ ਮਿਲੀਆਂ, ਤੁਸੀਂ ਮੈਨੂੰ ਇਹਨਾਂ ਤੇ ਬਿਨਾਂ ਦੇਰੀ ਜਵਾਬ ਦਿਓ। ਜਵਾਬ ਨਾ ਦਿੱਤਾ ਤਾਂ ਸੰਵਿਧਾਨ ਦੀ ਘੋਰ ਉਲੰਘਣਾ ਹੋਵੇਗੀ। ਸੰਵਿਧਾਨ ਦੇ ਮੁਤਾਬਿਕ ਗਵਰਨਰ ਦੇ ਵੱਲੋਂ ਮੰਗੀ ਸੂਚਨਾ ਦੇਣ ਦੇ ਲਈ ਤੁਸੀਂ ਪਾਬੰਦ ਹੋ। ਸੂਚਨਾ ਨਾ ਦੇਣਾ ਸੰਵਿਧਾਨ ਦੇ ਆਰਟੀਕਲ 167 ਦੀ ਸਪਸ਼ਟ ਉਲੰਘਣਾ ਹੈ। ਸੰਵਿਧਾਨਿਕ ਅਥਾਰਟੀ ਹੋਣ ਕਰਕੇ ਮੇਰੀਆਂ ਜ਼ਿੰਮੇਵਾਰੀਆਂ ਹਨ। ਮੈਨੂੰ ਦੇਖਣਾ ਪਵੇਗਾ ਕਿ ਸ਼ਾਸਨ ਭ੍ਰਿਸ਼ਟਾਚਾਰ ਮੁਕਤ ਹੈ। ਇਮਾਨਦਾਰ ਤੇ ਨਿਰਪੱਖ ਪ੍ਰਸ਼ਾਸਨ ਯਕੀਨੀ ਬਣਾਉਣਾ ਮੇਰੀ ਡਿਊਟੀ ਹੈ। ਗਵਰਨਰ ਦੇ ਵੱਲੋਂ ਇਜਲਾਸ ਨੂੰ ਗੈਰ ਕਾਨੂੰਨੀ ਦੱਸਣ ਦੇ ਪਿੱਛੇ ਵਜ੍ਹਾ ਕੀ ਹੈ, ਇਸ ਸੰਬੰਧੀ ਲਈ ਕਾਨੂੰਨੀ ਰਾਏ ਦਾ ਨਿਚੋੜ ਵੀ ਦੱਸਿਆ ਗਿਆ। ਗਵਰਨਰ ਨੇ ਲਿਖਿਆ ਕਿ ਬਿਜ਼ਨਸ ਖਤਮ ਹੁੰਦੇ ਹੀ ਸੈਸ਼ਨ ਵੀ ਖਤਮ ਹੋ ਗਿਆ ਸੀ। ਬਜਟ ਸੈਸ਼ਨ ਦਾ ਕੋਈ ਵੀ ਏਜੰਡਾ ਅਧੂਰਾ ਨਹੀਂ ਸੀ ਤੇ ਸਪੈਸ਼ਲ ਸੈਸ਼ਨ ਦੇ ਬਿਜ਼ਨਸ ਦਾ ਬਜਟ ਦੇ ਨਾਲ ਕੋਈ ਵੀ ਸੰਬੰਧ ਨਹੀਂ ਸੀ। ਪਾਸ ਕੀਤੇ ਗਏ 4 ਬਿੱਲਾਂ ਦਾ ਬਜਟ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਤੇ ਚਾਰੇ ਬਿੱਲ ਮਾਨਸੂਨ ਸੈਸ਼ਨ ਦੇ ਵਿੱਚ ਵੀ ਪੇਸ਼ ਹੋ ਸਕਦੇ ਸਨ। ਹਾਲਾਂਕਿ ਪਿਛਲੇ ਦਿਨੀ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਅਸੀਂ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੀਆਂ, ਮਾਹਿਰਾਂ ਦੀ ਰਾਏ ਲੈ ਕੇ ਹੀ ਇਜਲਾਸ ਬੁਲਾਇਆ ਗਿਆ ਸੀ। ਇਹ ਸੈਸ਼ਨ ਜਿਹੜਾ ਹੈ ਅਸੀਂ ਵੀ ਆਪਣੇ ਸੰਵਿਧਾਨ ਦੇ ਮਾਹਿਰਾਂ ਤੋਂ ਗੱਲ ਕਰਕੇ ਕੀਤਾ ਹੈ। ਕੱਚੀਆਂ ਗੋਲੀਆਂ ਨਹੀਂ ਖੇਡਦੇ ਮੈਮ ਅਸੀਂ ਨਹੀਂ। ਜਵਾਬ ਕੀ ਉਹਨਾਂ ਨੇ ਡਿਲੇ ਕਰਨਾ ਹੈ। ਸੋ ਗਵਰਨਰ ਦੇ ਜਵਾਬ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਇਜਲਾਸ ਦੇ ਵਿੱਚ ਪੇਸ਼ ਕੀਤੇ ਚਾਰੇ ਬਿੱਲ ਠੰਡੇ ਬਸਤੇ ਪੈ ਗਏ ਨੇ, ਜਿਨ੍ਹਾਂ ਦੇ ਵਿੱਚ ਸਿੱਖ ਗੁਰਦੁਆਰਾ ਸੋਧ ਬਿੱਲ ਵੀ ਸ਼ਾਮਲ ਹੈ। ਤੇ ਇਸ ਦੇ ਵਿਚਾਲੇ ਹੁਣ ਸਰਕਾਰ ਦਾ ਕੀ ਰੁਖ ਰਹਿੰਦਾ ਹੈ, ਕਿਹੜਾ ਕਦਮ ਚੁੱਕਿਆ ਜਾਂਦਾ ਹੈ, ਇਹ ਵੇਖਣਾ ਹੋਵੇਗਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। आम तौर पर कहा जाता है कि बड़े बड़े मसले भी गलबात के जरिए हल हो सकते हैं और हल लोग कर लेंगे ने। ना सिर्फ लोगों के विचाले बल्कि बड़े अदारियां दे बड़े अहुदेदारां दे विचाले भी गलबात के जरिए बहुत सारे मसले हल होंगे हैं। इनफैक्ट दो देशों के विचाले कोई इशू क्रिएट हो जाए वो भी गलबात के जरिए हल हो जाता है। पर गलबात होंगी है टेबल के उत्ते, आमो सामने बैठ के जिहड़े अधिकारी या फिर जिहड़े नुमाइंदे होंगे ने वो बैठे होंगे। चिट्ठियां दे नाल या बयानां दे नाल तां गल बिगड़दी है, आम तौर पर सियाणे भी कहते हैं। अज असीं इस दे उत्ते गलबात करांगे। दरअसल हो की रहा है, आपां नूं इह भी समझना होएगा। हो ये रहा है कि जदों सैशन सद्दण दी गल सी तां सरकार नूं लग्गिया कि नहीं, ये तां साडा अधिकार आ, असीं सद लिया।
ਸੈਸ਼ਨ ਹੋ ਗਿਆ, 4 ਬਿੱਲ ਪਾਸ ਕਰ ਦਿੱਤੇ। ਹੁਣ ਅਗਲਾ ਸਟੈਪ ਕੀ ਹੈ? ਸੰਵਿਧਾਨ ਦੇ ਮੁਤਾਬਿਕ ਹੀ ਚੱਲੇਗਾ ਸਾਰਾ ਕੰਮ। ਅਗਲਾ ਸਟੈਪ ਹੈ ਕਿ ਜਿਹੜੇ 4 ਬਿੱਲ ਪਾਸ ਕੀਤੇ ਗਏ ਉਹ ਭੇਜਣੇ ਹੋਣਗੇ ਗਵਰਨਰ ਸਾਹਿਬ ਕੋਲ। ਗਵਰਨਰ ਉਸ ਦੇ ਉੱਤੇ ਓਕੇ ਕਰਨਗੇ ਤਾਂ ਫਿਰ ਉਹ ਬਿੱਲ ਜਿਹੜੇ ਨੇ ਐਕਟ ਦੇ ਵਿੱਚ ਤਬਦੀਲ ਹੋਣਗੇ। ਜਦੋਂ ਤੱਕ ਹੁਣ ਗਵਰਨਰ ਦੀ ਸਹੀ ਨਹੀਂ ਪੈਂਦੀ ਉਸ ਸਮੇਂ ਤੱਕ ਉਹ ਬਿੱਲ ਹੀ ਰਹਿਣਗੇ। ਹੁਣ ਗਵਰਨਰ ਇਹ ਕਹਿ ਰਹੇ ਨੇ ਕਿ ਜਿਹੜਾ ਸੈਸ਼ਨ ਤੁਸੀਂ ਸੱਦਿਆ ਸੀ, ਮੇਰੇ ਨਾਲ ਤਾਂ ਗੱਲਬਾਤ ਕਰਕੇ ਇਜਾਜ਼ਤ ਦੇ ਨਾਲ ਨਹੀਂ ਸੱਦਿਆ, ਕਿ ਜਿਹੜਾ ਪੁਰਾਣਾ ਸੈਸ਼ਨ ਤੁਸੀਂ ਕੰਟੀਨਿਊ ਕੀਤਾ ਉਸ ਦੇ ਉੱਤੇ ਵੀ ਆਬਜੈਕਸ਼ਨ ਹੈ, ਕਿਉਂਕਿ ਬਜਟ ਸੈਸ਼ਨ ਤਾਂ ਖਤਮ ਹੋ ਗਿਆ ਸੀ। ਉਹ ਇਹ ਵੀ ਇਸ ਦਾ ਜ਼ਿਕਰ ਕਰ ਰਹੇ ਨੇ। ਇਸ ਦੇ ਉੱਪਰ ਗੱਲਬਾਤ ਅੱਜ ਕਰਾਂਗੇ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ। ਸਾਡੇ ਨਾਲ ਜਗਤਾਰ ਸਿੰਘ ਸੰਘੇੜਾ ਜੀ ਜੁੜ ਰਹੇ ਨੇ, ਆਪ ਨੂੰ ਰਿਪਰੈਜ਼ੈਂਟ ਕਰਨਗੇ। ਸੰਘੇੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਅਨਿਲ ਸਰੀਨ ਸਾਹਿਬ ਜੁੜ ਰਹੇ ਨੇ, ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸਰੀਨ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਹਰਜੀਤ ਭੁੱਲਰ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਭੁੱਲਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਕੁਝ ਹੀ ਪਲਾਂ ਦੇ ਵਿੱਚ ਅਮਨ ਤਲਵਾਰ ਜੀ ਜੁੜਨਗੇ, ਸੀਨੀਅਰ ਵਕੀਲ। ਉਹਨਾਂ ਤੋਂ ਵੀ ਆਪਾਂ ਪੂਰੇ ਮਾਮਲੇ ਦੇ ਵਿੱਚ ਜਿਹੜੀਆਂ ਕਾਨੂੰਨੀ ਪੇਚੀਦਗੀਆਂ ਨੇ ਜਾਂ ਫਿਰ ਕਾਨੂੰਨੀ ਪੱਖ ਜੋ ਹੈ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਜੁੜਨ ਜਾ ਰਹੇ ਨੇ। ਆਪਾਂ ਸ਼ੁਰੂਆਤ ਕਰਦੇ ਹਾਂ। ਮੈਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਰੁਖ ਕਰਦਾ ਕਿਉਂਕਿ ਗਵਰਨਰ ਸਾਹਿਬ ਦੀ ਇੱਕ ਚਿੱਠੀ ਆ ਗਈ, ਸਰਕਾਰ ਨੂੰ ਇੱਕ ਤਰੀਕੇ ਨਾਲ ਜਵਾਬ ਦਿੱਤਾ ਗਿਆ। ਉਸ ਦੇ ਵਿੱਚ ਦੋ ਅਹਿਮ ਗੱਲਾਂ ਨੇ। ਪੁਆਇੰਟ ਨੰਬਰ 1, ਇਨਫੈਕਟ ਤੁਸੀਂ ਰਿਪੋਰਟ ਦੇ ਵਿੱਚ ਦੇਖਿਆ ਹੋਵੇਗਾ, ਇੱਕ ਤਾਂ ਗਵਰਨਰ ਸਾਹਿਬ ਕਹਿ ਰਹੇ ਨੇ ਕਿ ਜੋ ਸੈਸ਼ਨ ਤੁਸੀਂ 19 ਜੂਨ ਅਤੇ 20 ਜੂਨ ਨੂੰ ਸੱਦਿਆ, ਜਿਸ ਦੇ ਵਿੱਚ 4 ਬਿੱਲ ਪਾਸ ਕਰ ਦਿੱਤੇ, ਉਹਨਾਂ ਦੇ ਵਿੱਚ ਇੱਕ ਬਿੱਲ ਗੁਰਦੁਆਰਾ ਸੋਧ ਬਿੱਲ 2023 ਵੀ ਹੈ, ਜਿਸ 'ਚ ਧਾਰਾ 125A ਜੋੜੀ ਗਈ, ਗੁਰਬਾਣੀ ਦੇ ਲਾਈਵ ਪ੍ਰਸਾਰਣ ਨੂੰ ਫ੍ਰੀ ਟੂ ਏਅਰ ਕਰਨ ਵਾਲੀ ਧਾਰਾ। ਉਹ ਬਿੱਲ ਵੀ ਉਸ ਦੇ ਵਿੱਚ ਸ਼ਾਮਲ ਹੈ, 4 ਬਿੱਲ। ਤਾਂ ਉਹ ਪੂਰਾ ਸੈਸ਼ਨ ਹੀ ਇਨਵੈਲਿਡ ਕਹਿ ਦਿੱਤਾ ਗਿਆ। ਤਾਂ ਜੇ ਸੈਸ਼ਨ ਇਨਵੈਲਿਡ ਹੈ ਤਾਂ ਫਿਰ ਜਿਹੜੇ ਬਿੱਲ ਨੇ ਕਿ ਉਹਨਾਂ ਦਾ ਵਜੂਦ ਵੀ ਪ੍ਰਭਾਵਿਤ ਹੋਏਗਾ ਜਾਂ ਉਹ ਵੀ ਠੰਡੇ ਬਸਤੇ ਪੈ ਗਏ ਜਾਂ ਉਹਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਸੰਘੇੜਾ ਸਾਹਿਬ, ਤੁਹਾਡਾ ਰਿਐਕਸ਼ਨ। ਦੇਖੋ, ਆਪਾਂ ਗੱਲਬਾਤ ਇਸ ਦੇ ਉੱਤੇ ਪਹਿਲਾਂ ਵੀ ਕਰ ਚੁੱਕੇ ਹਾਂ, ਪਰ ਹੁਣ ਪੁਆਇੰਟ ਇਹ ਹੈ ਕਿ ਸੈਸ਼ਨ ਦੇ ਉੱਤੇ ਕਾਨੂੰਨੀ ਰਾਏ ਤੋਂ ਬਾਅਦ ਗਵਰਨਰ ਸਾਹਿਬ ਕਹਿ ਰਹੇ ਨੇ ਕਿ ਇਹ ਵੈਲਿਡ ਨਹੀਂ ਹੈ ਸੈਸ਼ਨ, ਇਹ ਸੰਵਿਧਾਨਿਕ ਨਹੀਂ ਸੀ ਜੋ ਤੁਸੀਂ ਸੱਦਿਆ ਇਹ ਸੈਸ਼ਨ 19 ਅਤੇ 20 ਜੂਨ। ਗੌਰਵ ਜੀ, ਗਵਰਨਰ ਸਾਹਿਬ ਕੁਝ ਵੀ ਕਹਿ ਸਕਦੇ ਨੇ, ਇਹ ਗਵਰਨਰ ਨੇ ਪੰਜਾਬ ਦੇ, ਪਰ ਦੇਖਣ ਦੀ ਗੱਲ ਇਹ ਆ ਕਿ ਗਵਰਨਰ ਸਾਹਿਬ ਦੇ ਅਧਿਕਾਰ ਖੇਤਰ ਵਿੱਚ ਕੀ ਹੈ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਅਧਿਕਾਰ ਖੇਤਰ ਵਿੱਚ ਕੀ ਹੈ। ਗਵਰਨਰ ਸਾਹਿਬ ਜਿਹੜੇ ਨੇ, ਅਸੀਂ ਪਹਿਲਾਂ ਬਾਰ-ਬਾਰ ਦੱਸ ਚੁੱਕੇ ਹਾਂ ਕਿ ਗਵਰਨਰ ਸਾਹਿਬ ਨੂੰ ਜਿਹੜੀ ਬੀਟ ਆਉਂਦੀ ਹੈ ਜੀ, ਫ੍ਰੀ ਬੀਟ ਜਿਹੜੀ ਉਹਨਾਂ ਨੂੰ ਆਉਂਦੀ ਹੈ, ਉਹ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦਫ਼ਤਰ ਤੋਂ ਆਉਂਦੀ ਹੈ। ਗਵਰਨਰ ਸਾਹਿਬ ਬੀਜੇਪੀ ਦੇ ਸਪੋਕਸਮੈਨ ਦੇ ਤੌਰ ਤੇ ਕੰਮ ਕਰ ਰਹੇ ਨੇ। ਗਵਰਨਰ ਸਾਹਿਬ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਲਈ, ਦਿੱਲੀ ਦੇ ਵਿੱਚ ਦਿੱਲੀ ਸਰਕਾਰ ਲਈ ਲੋੜ ਅਨੁਸਾਰ ਜਿੰਨਾ ਕਰ ਸਕਦੇ ਨੇ ਉੱਥੇ ਦੇ ਹੈ ਜੀ। ਤੇ ਇੱਥੇ ਦੇ ਗਵਰਨਰ ਸਾਹਿਬ ਉਹ ਉਨੀਆਂ ਕਾਟਣਾ ਡਾ ਰਹੇ ਨੇ ਜਿੰਨੀਆਂ ਵੀ ਗੈਰ ਭਾਜਪਾ ਸਰਕਾਰਾਂ ਆ, ਉੱਥੇ ਬੀਜੇਪੀ ਲੋੜ ਦੇ ਅਨੁਸਾਰ, ਸੁਵਿਧਾ ਅਨੁਸਾਰ ਉਹਨਾਂ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦੀ ਹੈ। ਗਵਰਨਰ ਸਾਹਿਬ ਆਪਣੀ ਡਿਊਟੀ ਬੀਜੇਪੀ ਦੀ ਕਰ ਰਹੇ ਨੇ, ਨਾ ਕਿ ਗਵਰਨਰ ਦੀ ਡਿਊਟੀ ਕਰ ਰਹੇ ਨੇ। ਗੈਰ ਸੰਵਿਧਾਨਕ ਗੱਲਾਂ ਕਰ ਰਹੇ ਨੇ, ਗੈਰ ਸੰਵਿਧਾਨਕ ਤਰੀਕੇ ਨਾਲ ਚੱਲ ਰਹੇ ਨੇ। ਰਾਏ ਲੈ ਲਈ ਇਹੀ ਬਿਆਨ ਪਹਿਲਾਂ ਦੇ ਚੁੱਕੇ ਨੇ ਗਵਰਨਰ ਸਾਹਿਬ ਕਿ ਮੈਂ ਕਾਨੂੰਨੀ ਰਾਏ ਲੈ ਰਿਹਾ ਹਾਂ ਤੇ ਬਿੱਲ ਗੈਰ ਸੰਵਿਧਾਨਕ ਹੈ। ਅੱਜ ਇਹ ਆਪਣਾ ਸੈਸ਼ਨ ਗੈਰ ਸੰਵਿਧਾਨਕ ਹੈ। ਅੱਜ ਉਹਦਾ ਬਿਆਨ ਆ ਗਿਆ ਕਿ ਮੈਂ ਕਾਨੂੰਨੀ ਰਾਏ ਲੈ ਰਹੀ ਹੈ ਤੇ ਸੈਸ਼ਨ ਗੈਰ ਸੰਵਿਧਾਨਕ ਹੈ। ਵਾਟ ਨੈਕਸਟ? ਗਵਰਨਰ ਸਾਹਿਬ ਨੂੰ ਮੇਰਾ ਸਵਾਲ ਹੈ, ਬੇਨਤੀ ਹੈ ਕਿ ਕੀ ਅੱਗੇ ਚਲੋ ਨਾ, ਅੱਗੇ ਚਲੋ। ਇਸ ਤਰ੍ਹਾਂ ਪਹਿਲਾਂ ਪਹੁੰਚ ਚੁੱਕੇ ਹੋ ਤੁਸੀਂ। ਸੁਪਰੀਮ ਕੋਰਟ ਨੇ ਨਿਰਧਾਰਿਤ ਕੀਤਾ ਹੈ ਕਿ ਕੈਬਨਿਟ ਨੂੰ ਸੈਸ਼ਨ ਸੱਦਣ ਦਾ, ਸੈਸ਼ਨ ਬੁਲਾਉਣ ਦਾ, ਸੈਸ਼ਨ ਕਰਨ ਦਾ ਅਧਿਕਾਰ ਹੈ। ਠੀਕ ਹੈ। ਹੋਏ ਮੈਂ ਜਿਹੜੇ ਨੇ ਕੈਬਨਿਟ ਹੈ ਜਿਹੜੀ ਚੁਣੀ ਹੋਈ, ਮੁੱਖ ਮੰਤਰੀ ਹੈ ਜਿਹੜੇ ਚੁਣੇ ਹੋਏ, ਉਹਨਾਂ ਨੇ ਆਪਣੇ ਹਿਸਾਬ ਨਾਲ ਗਵਰਨਰ ਸਾਹਿਬ ਦਾ ਉਹਦਾ ਇੱਕ ਆਨਰੇਰੀ ਅਹੁਦਾ ਹੈ। ਇਹ ਤੁਹਾਨੂੰ ਯਾਦ ਹੋਣਾ, ਗਵਰਨਰ ਸਾਹਿਬ ਉਸ ਵੇਲੇ ਵੀ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਸੀ ਮੈਂ ਆਪਣੀ ਸਰਕਾਰ ਦੀ ਤੇਰੀ ਸਰਕਾਰ ਨੂੰ ਕਹਿਣਾ ਪਿਆ ਸੀ ਸਾਰਿਆਂ ਨੂੰ। ਠੀਕ ਹੈ, ਮੈਂ ਸੰਘੇੜਾ ਸਾਹਿਬ ਤੁਹਾਡੇ ਕੋਲ ਵਾਪਸ ਆਉਣਾ। ਥੋੜਾ ਤੁਹਾਡੀ ਆਵਾਜ਼ ਦੇ ਵਿੱਚ ਨਾ ਜਿਵੇਂ ਗੂੰਜਦੀ ਹੁੰਦੀ ਹੈ ਆਵਾਜ਼, ਉਵੇਂ ਆ ਰਹੀ ਹੈ ਥੋੜੀ ਇੱਕੋ ਤੁਹਾਡੀ ਆਵਾਜ਼ ਦੇ ਵਿੱਚ ਹੈ। ਮੈਂ ਕੋਸ਼ਿਸ਼ ਕਰਦਾ ਆਪਣੀ ਟੀਮ ਨੂੰ ਕਹਿ ਕੇ ਕਿ ਜੋ ਥੋੜੀ ਦਰੁਸਤ ਹੋ ਸਕੇ, ਹੋਰ ਕਲੀਅਰ ਲੋਕਾਂ ਤੱਕ ਪਹੁੰਚ ਸਕੇਗੀ, ਪਰ ਤੁਹਾਡੀ ਗੱਲ ਫਿਰ ਵੀ ਸਾਡੇ ਤੱਕ ਪਹੁੰਚ ਗਈ, ਦਰਸ਼ਕਾਂ ਤੱਕ ਵੀ ਪਹੁੰਚੀ ਹੋਏਗੀ। ਮੈਂ ਸਰੀਨ ਸਾਹਿਬ ਦਾ ਰੁਖ ਕਰਦਾ। ਸਰੀਨ ਸਾਹਿਬ, ਬੀਜੇਪੀ ਦੇ ਸਪੋਕਸਪਰਸਨ ਤੁਸੀਂ ਹੋ ਤੇ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਬੀਜੇਪੀ ਦੇ ਸਪੋਕਸਪਰਸਨ ਦੇ ਤੌਰ ਦੇ ਉੱਤੇ ਗਵਰਨਰ ਸਾਹਿਬ ਕੰਮ ਕਰ ਰਹੇ ਨੇ। ਕਹਿੰਦੇ ਜੇਕਰ ਇਨਵੈਲਿਡ ਹੈ ਜਾਂ ਫਿਰ ਜੇਕਰ ਤੁਹਾਨੂੰ ਗੈਰ ਸੰਵਿਧਾਨਿਕ ਲੱਗਦਾ ਤਾਂ ਵਾਟ ਨੈਕਸਟ? ਕੀ ਕਰਨ ਜਾ ਰਹੇ ਹੋ ਤੁਸੀਂ? ਨਹੀਂ ਗੌਰਵ ਜੀ, ਪਹਿਲਾਂ ਤੇ ਮਾਨਯੋਗ ਗਵਰਨਰ ਸਾਹਿਬ ਵਾਸਤੇ ਇਹੋ ਜਿਹੀ ਭਾਸ਼ਾ ਦਾ ਇਸਤੇਮਾਲ ਕਰਨਾ ਬਹੁਤ ਹੀ ਨਿੰਦਨੀय ਹੈ। ਲੇਕਿਨ ਮੈਂ ਉਮੀਦ ਵੀ ਨਹੀਂ ਕਰਦਾ ਆਮ ਆਦਮੀ ਪਾਰਟੀ ਕੋਲੋਂ, ਕਿਉਂਕਿ ਇਹਨਾਂ ਦੇ ਜੇ ਮੁੱਖ ਮੰਤਰੀ ਦੀ ਭਾਸ਼ਾ ਇਸ ਤਰ੍ਹਾਂ ਦੀ ਹੈਗੀ ਹੈ ਤੇ ਇਹਨਾਂ ਕੋਲ ਵੀ ਮੈਂ ਵਿਚਾਰਿਆਂ ਕੋਲੋਂ ਕੀ ਉਮੀਦ ਕਰਾਂ।
ਜੋ ਲਾਈਨ ਪਾਰਟੀ ਦੀ ਹੈਗੀ ਆ ਕਿ ਸਾਰੇ ਸੰਵਿਧਾਨ ਸੰਵਿਧਾਨ ਹੈਗਾ ਉਹਨੂੰ ਚਿੱਕੇ ਟੰਗ ਦਿਓ, ਜੋ ਕਾਨੂੰਨ ਹੈਗਾ ਉਹਨੂੰ ਚਿੱਕੇ ਟੰਗ ਦਿਓ, ਜੋ ਸੁਪਰੀਮ ਕੋਰਟ ਦਾ ਆਰਡਰ ਹੈ ਉਹਨੂੰ ਚਿੱਕੇ ਟੰਗ ਦਿਓ, ਔਰ ਜੋ ਕੇਜਰੀਵਾਲ ਕਹੇ ਉਹ ਸਹੀ। ਇਹ ਠੀਕ ਕਹਿ ਰਹੇ ਨੇ ਦਿੱਲੀ ਤੋਂ ਚਿੱਠੀ ਆ ਰਹੀ, ਕਿਉਂਕਿ ਇਹਨਾਂ ਕੋਲ ਹਰ ਕੰਮ ਵਾਸਤੇ ਦਿੱਲੀ ਤੋਂ ਚਿੱਠੀ ਆਉਂਦੀ ਹੈ, ਇਸ ਕਰਕੇ ਹਰ ਵੇਲੇ ਸੁੱਤੇ ਪਏ ਜਾਗਦੇ ਪਏ ਹਰ ਗੱਲ ਕਰਨ ਵੇਲੇ ਇਹਨਾਂ ਨੂੰ ਦਿੱਲੀ ਦੀ ਯਾਦ ਆਉਂਦੀ ਹੈ, ਕਿਉਂਕਿ ਇਹਨਾਂ ਦੇ ਹਰ ਕੰਮ ਜਿਹੜਾ ਹੈਗਾ ਵਾ ਉਹ ਦਿੱਲੀ ਤੋਂ, ਜਦ ਤੱਕ ਕੇਜਰੀਵਾਲ ਜੀ ਦਾ ਮੈਸੇਜ ਨਾ ਆਵੇ ਵਿਚਾਰੇ ਤੇ ਕੁਰਸੀ ਤੇ ਵੀ ਨਹੀਂ ਬਹਿ ਸਕਦੇ ਤੇ ਕੁਰਸੀ ਤੋਂ ਉੱਠ ਵੀ ਨਹੀਂ ਸਕਦੇ। ਆਈ ਕੈਨ ਅੰਡਰਸਟੈਂਡ देयर ਪੋਜੀਸ਼ਨ। ਦਿਸ ਇਜ਼ ਵੈਰੀ ਅਨਫੋਰਚੂਨੇਟ ਫॉर द ਸਟੇਟ। ਪੰਜਾਬ ਨੇ ਇੱਕ ਬੜੀ ਉਮੀਦਾਂ ਦੇ ਨਾਲ ਔਰ ਇਹਨਾਂ ਦੇ ਵਾਅਦਾ ਕਿ ਅਸੀਂ ਰਿਵਾਇਤੀ ਪਾਰਟੀਆਂ ਦਾ ਬਦਲ ਲੈ ਕੇ ਆਵਾਂਗੇ ਔਰ ਇੱਕ ਐਸਾ ਸ਼ਾਸਨ ਦੇਵਾਂਗੇ ਜਿਹੜਾ ਜਨਤਾ ਦਾ ਸ਼ਾਸਨ ਹੋਏਗਾ, ਲੋਕਾਂ ਵਾਸਤੇ ਹੋਏਗਾ। ਲੇਕਿਨ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਇਸ 1.5 ਸਾਲ ਦੇ ਵਿੱਚ ਇਹਨਾਂ ਨੇ, ਤੁਹਾਡੇ ਸਟੂਡੀਓ ਦੀ ਆਵਾਜ਼ ਆ ਰਹੀ ਮੈਨੂੰ, ਲੇਕਿਨ ਸਰ ਸਾਹਿਬ ਗੱਲ ਕੰਪਲੀਟ ਕਰ ਸਕਦੇ ਹੋ ਤੁਸੀਂ? ਸਰ ਤੁਹਾਡੇ ਸਟੂਡੀਓ ਦੀ ਆਵਾਜ਼ ਆ ਰਹੀ ਮੈਨੂੰ। ਗੌਰਵ ਜੀ ਤੁਹਾਡੇ ਬਹੁਤ ਜ਼ਿਆਦਾ ਡਿਸਟਰਬੈਂਸ ਆ ਰਹੀ ਹੈ, ਸਟੂਡੀਓ ਦੀ ਆਵਾਜ਼ ਸਾਨੂੰ ਆ ਰਹੀ ਹੈ, ਦਰਸ਼ਕਾਂ ਤੱਕ ਵੀ ਪਹੁੰਚ ਰਹੀ ਹੋਈ। ਹਾਂ ਗੌਰਵ ਜੀ, ਲੋਕਾਂ ਨੇ ਬੜੀ ਆਸਾਂ ਦੇ ਨਾਲ ਇਹਨਾਂ ਨੂੰ 92 ਵਿਧਾਇਕ ਚੁਣ ਕੇ ਦਿੱਤੇ ਜੀ, ਲੇਕਿਨ ਇਹ 1.5 ਸਾਲ ਦੇ ਵਿੱਚ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਔਰ ਅੱਜ ਵੀ ਆਪਾਂ ਕੀ ਡਿਸਕਸ ਕਰ ਰਹੇ ਹਾਂ? ਪੰਜਾਬ 'ਚ ਸਾਰੇ ਪਾਸੇ ਤਬਾਹੀ ਮਚੀ ਹੋਈ ਹੈ, ਫਲੱਡ ਆਏ ਹੋਏ ਨੇ, ਲੇਕਿਨ ਅਸੀਂ ਡਿਸਕਸ ਕਰ ਰਹੇ ਹਾਂ ਗਵਰਨਰ ਸਾਹਿਬ ਵਰਸਸ ਭਗਵੰਤ ਮਾਨ। ਉਹ ਇਹਨਾਂ ਦੀ ਨੀਤੀ ਹੈਗੀ ਹੈ ਕਿ ਵੀ ਅਸਲ ਮੁੱਦਿਆਂ ਤੋਂ ਧਿਆਨ ਟਿਕਾ ਕੇ ਕਿਸੇ ਨਾ ਕਿਸੇ ਕੋਈ ਰੇੜਕਾ ਪਾ ਕੇ ਰੱਖੋ। ਹੁਣ ਅੱਜ ਦੀ ਚਿੱਠੀ ਦੀ ਆਪਾਂ ਗੱਲ ਕਰ ਲਈ, ਜਿਹੜੀ ਅੱਜ ਚਿੱਠੀ ਗਵਰਨਰ ਸਾਹਿਬ ਨੇ ਲਿਖੀ ਹੈ ਜੀ। ਗਵਰਨਰ ਸਾਹਿਬ ਨੇ, ਤੁਹਾਨੂੰ ਯਾਦ ਹੋਏਗਾ ਕਿ ਜਦੋਂ ਇਸ ਸੈਸ਼ਨ ਦੀ ਵੀ ਗੱਲ ਆਈ ਸੀ, ਗਵਰਨਰ ਸਾਹਿਬ ਨੇ ਉਦੋਂ ਵੀ ਕਿਹਾ ਸੀ ਕਿ ਦਿਸ ਸੈਸ਼ਨ ਇਜ਼ ਅਨਕਨਸਟੀਟਿਊਸ਼ਨਲ। ਔਰ ਮੋਰ ਓਵਰ ਸਪੈਸ਼ਲ ਸੈਸ਼ਨ ਗੌਰਵ ਜੀ ਉਦੋਂ ਹੀ ਬੁਲਾਇਆ ਜਾਂਦਾ ਹੈ ਜਦੋਂ ਸਟੇਟ ਦੇ ਵਿੱਚ ਕੋਈ ਬਹੁਤ ਵੱਡੀ ਐਮਰਜੈਂਸੀ ਹੋਵੇ ਜਾਂ ਬਹੁਤ ਵੱਡੇ ਐਸਾ ਇਸ਼ੂ ਡਿਸਕਸ ਕਰਨ ਵਾਲਾ ਹੋਵੇ ਕਿ ਉਹਦੇ ਬਿਨਾਂ ਗੁਜ਼ਾਰਾ ਨਹੀਂ ਹੋ ਰਿਹਾ। मतलब और अपन चार बिल देखे, अपन चार बिल देखे। मैं बिल ਦੇ ਉੱਤੇ ਆਉਂਗਾ ਸਰ। ਦੇਖੋ ਪਤਾ ਕੀ ਗੱਲ ਹੈ ਕਿ ਆਪਾਂ ਇਸ ਪੂਰੇ ਟੌਪਿਕ ਦੇ ਉੱਤੇ ਬਹੁਤ ਵਾਰੀ ਇਸ ਤੋਂ ਪਹਿਲਾਂ ਵੀ ਪੋਲੀਟੀਕਲ ਤੌਰ ਦੇ ਉੱਤੇ ਡਿਬੇਟ ਕਰ ਚੁੱਕੇ ਹਾਂ। ਗਵਰਨਰ ਸਾਹਿਬ ਨੇ 167 ਦਾ ਜ਼ਿਕਰ ਕੀਤਾ ਹੈ ਸੰਵਿਧਾਨ ਦੇ ਅਨੁਛੇਦ ਦਾ, ਤੇ ਉਹਨਾਂ ਨੇ ਲਿਖਿਆ ਕਿ ਜ਼ਰੂਰੀ ਹੁੰਦਾ ਹੈ ਕਿ ਜੋ ਮੈਂ ਜਾਣਕਾਰੀ ਮੰਗਾ ਤੁਸੀਂ ਦਵੋ, ਮਤਲਬ ਗਵਰਨਰ ਨੂੰ ਜਾਣਕਾਰੀ ਦੇਣੀ ਪਵੇਗੀ ਸਰਕਾਰ ਨੂੰ। ਉਹਨਾਂ ਨੇ 167 ਦਾ ਜ਼ਿਕਰ ਕਰ ਦਿੱਤਾ, ਪਰ ਜ਼ਿਕਰ ਉਹ ਨਹੀਂ ਕੀਤਾ ਕਿ ਕਿਹੜੇ ਕਲੌਜ਼ ਦੇ ਤਹਿਤ ਤੁਸੀਂ ਜਿਹੜਾ ਸੈਸ਼ਨ ਹੈ ਉਸ ਨੂੰ ਗੈਰ ਕਾਨੂੰਨੀ ਕਹਿ ਰਹੇ ਹੋ। ਮੈਂ ਦੱਸਦਾ ਗੌਰਵ ਜੀ ਕੀ ਹੈ ਕਿ ਜਦੋਂ ਬਜਟ ਸੈਸ਼ਨ ਜਿਹੜਾ ਸੀਗਾ ਖਤਮ ਹੋ ਗਿਆ ਜੀ, ਗੌਰਵ ਜੀ ਇਹੀ ਮੈਂ ਗੱਲ ਕਹਿ ਰਿਹਾ ਹਾਂ ਕਿ ਸੰਵਿਧਾਨ ਦੇ ਅਨੁਸਾਰ ਸੈਸ਼ਨ ਕਿਦਾਂ ਗੈਰ ਕਾਨੂੰਨੀ ਹੋ ਗਿਆ? ਮੈਂ ਆ ਰਿਹਾ ਸੰਗੇੜਾ ਸਾਹਿਬ, ਤੁਸੀਂ ਜਵਾਬ ਦਿਓ। ਮੈਂ ਉਹੀ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਨਾ, ਮੈਂ ਉਹੀ ਪੁੱਛਣ, ਇੱਕ ਵਾਰੀ ਉਹਨੂੰ ਕੰਪਲੀਟ ਕਰ ਲੈਣ ਦਿਓ। ਸਰੀਨ ਸਾਹਿਬ ਇੱਕ ਵਾਰੀ ਕੰਪਲੀਟ ਕਰ ਲਓ। ਮੈਂ ਉਹੀ ਕਹਿ ਰਿਹਾ ਕਿ ਇਸ ਤੋਂ ਪਹਿਲਾਂ ਆਪਾਂ ਬਹੁਤ ਵਾਰ ਡਿਬੇਟ ਕਰ ਚੁੱਕੇ ਹਾਂ। ਬੀਜੇਪੀ ਦੇ ਸਪੋਕਸਪਰਸਨ ਜਾਂ ਮਾਨ ਮਰਿਆਦਾ ਦੀਆਂ ਗੱਲਾਂ ਇਸ ਤੋਂ ਪਹਿਲਾਂ ਬਹੁਤ ਵਾਰ ਹੋ ਚੁੱਕੀਆਂ ਨੇ। ਸਰੀਨ ਸਾਹਿਬ ਕਿਹੜਾ ਕਲੌਜ਼ ਹੈ, ਇੱਕ ਵਾਰੀ ਜ਼ਰੂਰ ਚਾਨਣਾ ਪਾਓ, ਲੋਕਾਂ ਨੂੰ ਪਤਾ ਲੱਗੇ ਕਿ ਹਾਂ ਸੈਸ਼ਨ ਇਨਵੈਲਿਡ ਸੀ ਔਰ ਉਸ ਦੇ ਪਿੱਛੇ ਸੰਵਿਧਾਨ ਇਹ ਕਹਿ ਰਿਹਾ, ਇਸ ਸੰਵਿਧਾਨ ਦੀ ਇਹ ਧਾਰਾ ਹੈ। ਦੇਖੋ ਇੱਕ ਚੀਜ਼ ਸਾਨੂੰ ਸਮਝਣੀ ਪਏਗੀ, on the recommendation of the cabinet, governor has to summon the house। ऐसे कोई दो राय नहीं की, कोई है नहीं गा। और इवन सुप्रीम कोर्ट ਦੇ ਜਦੋਂ ਇਹ ਪਿਛਲੀ ਵਾਰੀ ਗਏ, ਸੁਪਰੀਮ ਕੋਰਟ ਨੇ ਬੜਾ ਕਲੀਅਰ ਕੀਤਾ। ਲੇਕਿਨ ਸਵਾਲ ਇਹ ਹੈ ਕਿ ਸੰਵਿਧਾਨ ਨੂੰ ਮੰਨੂ ਕੌਣ? ਸੁਪਰੀਮ ਕੋਰਟ ਨੂੰ ਮੰਨੂ ਕੌਣ? ਉੱਥੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀਗਾ, ਜਿੱਥੇ ਗਵਰਨਰ ਸਾਹਿਬ ਨੂੰ ਕਿਹਾ ਸੀ ਕਿ ਐਂਡ ਐਡਵਾਈਸ ਆਫ ਕੈਬਨਿਟ ਦੇ ਤੁਸੀਂ ਮੀਟਿੰਗ ਬੁਲਾ ਲਓ। ਜਿਹਨੇ ਐਸ ਵੇਲੇ ਕਿਹੜੀ ਉਹਨਾਂ ਨੂੰ ਏਡ ਐਂਡ ਐਡਵਾਈਸ ਕੀਤੀ? ਇਸ ਸੈਸ਼ਨ ਵਾਸਤੇ ਕੋਈ ਏਡ ਐਂਡ ਐਡਵਾਈਸ ਨਹੀਂ ਕੀਤੀ। ਉਹ ਕਨਸਟੀਟਿਊਸ਼ਨ ਕਿੱਥੇ ਲਾਗੂ ਹੋ ਗਿਆ? ਨੰਬਰ 2, ਜਿਹੜੀ ਸੁਪਰੀਮ ਕੋਰਟ ਗਏ ਸਨ, ਉੱਥੇ ਸੁਪਰੀਮ ਕੋਰਟ ਨੇ ਡਾਇਰੈਕਸ਼ਨਸ ਦਿੱਤੀਆਂ, ਆਰਡਰਸ ਪਾਸ ਕੀਤਾ ਜੀ that under 167 you are supposed, not only supposed, you have to supply the information whatever is sought by the governor। ਅੱਜ ਤੱਕ ਉਹ ਕਿਉਂ ਨਹੀਂ ਇਨਫੋਰਮੇਸ਼ਨਸ ਦਿੱਤੀਆਂ? ਗਵਰਨਰ ਸਾਹਿਬ ਨੇ ਚਿੱਠੀ 'ਚ ਵੀ ਕਿਹਾ। ਠੀਕ ਹੈ, ਮੈਂ ਸਰੀਨ ਸਾਹਿਬ ਦੋ ਅਲੱਗ-ਅਲੱਗ ਇਸ਼ੂਜ਼ ਨੇ, ਪਲੀਜ਼ ਮੈਂ ਦੋ ਅਲੱਗ-ਅਲੱਗ ਇਸ਼ੂਜ਼ ਤੁਸੀਂ ਇਕੱਠੇ ਕਰ ਰਹੇ ਹੋ। ਇੱਕ ਹੈ ਇਨਫੋਰਮੇਸ਼ਨ ਦੇਣਾ ਜਾਂ ਨਹੀਂ ਦਿੱਤੀ ਉਹ ਇਸ਼ੂ, ਤੇ ਦੂਜਾ ਹੈ ਸੈਸ਼ਨ ਸੱਦਣਾ। ਇਹ ਦੋਵੇਂ ਅਲੱਗ-ਅਲੱਗ ਨੇ। ਆਪਾਂ ਸੈਸ਼ਨ ਵਾਲੇ ਦੇ ਉੱਤੇ ਫੋਕਸ ਕਰ ਰਹੇ ਹਾਂ, ਇਨਫੋਰਮੇਸ਼ਨ ਵਾਲਾ ਵੀ ਇਨਫੈਕਟ ਉਹਨਾਂ ਨੇ ਜ਼ਿਕਰ ਕੀਤਾ ਹੋਇਆ, ਮੈਂ ਜਵਾਬ ਲਵਾਂਗਾ ਉਸ ਦੇ ਉੱਤੇ ਵੀ। ਮੈਂ ਸੈਸ਼ਨ ਵਾਲੇ ਦੇ ਉੱਤੇ ਇੱਕ ਛੋਟਾ ਜਿਹਾ ਕਮੈਂਟ ਪਹਿਲਾਂ ਮੈਂ ਸੰਘੇੜਾ ਸਾਹਿਬ ਦਾ ਲੈ ਲਵਾਂ, ਉਸ ਤੋਂ ਬਾਅਦ ਮੈਂ ਭੁੱਲਰ ਜੀ ਦਾ ਰੁਖ ਕਰਦਾ। ਸੰਘੇੜਾ ਸਾਹਿਬ। ਸਰੀਨ ਸਾਹਿਬ, ਸੁਪਰੀਮ ਕੋਰਟ ਨੇ ਨਾਲ ਹੀ ਕਹਿ ਦਿੱਤਾ ਸੀ ਵੀ ਇਹ ਇਨਫੋਰਮੇਸ਼ਨ ਨਾ ਦਿੱਤੀ ਜਾਂ ਥੋੜੀ ਜਿਹੀ ਲੇਟ ਹੋ ਗਈ ਤਾਂ ਸੈਸ਼ਨ ਗੈਰ ਕਾਨੂੰਨੀ ਹੈ। ਥੋੜੀ ਜਿਹਾ ਦੱਸੋ ਨਾ ਇਸ ਬਾਰੇ ਵੀ। ਔਰ ਦੂਸਰੀ ਗੱਲ ਇਹ, ਤੁਸੀਂ ਹੁਣ ਅੱਧੀ ਗੱਲ ਤਾਂ ਮੰਨ ਗਏ ਹੋ
ਕਿ ਗਵਰਨਰ ਹੈਵ ਟੂ ਗਿਵ ਦਾ ਕੰਸੈਂਟ, ਤੇ ਪਹਿਲਾਂ ਬਜਟ ਸੈਸ਼ਨ ਵੇਲੇ ਕਿਉਂ ਰੁਕਿਆ ਸੀ ਜੀ? ਇਹਦਾ ਮਤਲਬ ਸੁਪਰੀਮ ਕੋਰਟ ਤੋਂ ਬਾਅਦ ਹੀ ਅਕਲ ਆਈ ਨਾ ਗਵਰਨਰ ਸਾਹਿਬ ਨੂੰ। ਇਹਦਾ ਮਤਲਬ ਗਵਰਨਰ ਸਾਹਿਬ ਆਪਣੀ ਡਿਊਟੀ ਨਹੀਂ ਕਰ ਰਹੇ ਸੀ, ਬੀਜੇਪੀ ਦੇ ਹਦਾਇਤਾਂ ਤੇ ਚੱਲ ਰਹੇ ਸੀ, ਹੁਣ ਵੀ ਬੀਜੇਪੀ ਦੀਆਂ ਹਦਾਇਤਾਂ ਤੇ ਚੱਲ ਰਹੇ ਆ। ਲੇਕਿਨ ਸੰਘੇੜਾ ਸਾਹਿਬ ਦੂਜਾ ਪੁਆਇੰਟ ਇਹ ਹੈ ਨਾ ਕਿ ਜੋ ਵੀ ਹੋਇਆ ਪਰਮਿਸ਼ਨ ਤਾਂ ਲੈਣੀ ਹੋਏਗੀ ਨਾ, ਉਹ ਪਰਮਿਸ਼ਨ ਦੇਣਗੇ, ਉਸ ਦੇ ਵਿੱਚ ਕੋਈ ਡਾਊਟ ਨਹੀਂ ਹੈ ਕਿ ਉਹਨਾਂ ਨੂੰ ਪਰਮਿਸ਼ਨ ਦੇਣੀ ਹੋਏਗੀ, ਗਵਰਨਰ ਸਾਹਿਬ ਨੂੰ ਪਰਮਿਸ਼ਨ ਦੇਣੀ ਹੋਏਗੀ। ਤੁਸੀਂ ਇਹੀ ਕਹਿ ਰਹੇ ਹੋ ਕਿ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ, ਪਰ ਪਰਮਿਸ਼ਨ ਇੱਕ ਰਸਮ ਤਾਂ ਹੈ ਨਾ, ਉਹਨੂੰ ਤਾਂ ਨਿਭਾਉਣਾ ਹੋਏਗਾ। ਤੁਸੀਂ ਉਹ ਸਕਿਪ ਕਰ ਦਿੱਤੇ, ਇਹੀ ਤੁਹਾਡੇ ਤੇ ਇਲਜ਼ਾਮ। ਗੌਰਵ, ਮੈਂ ਜਵਾਬ ਦੇ, ਗੌਰਵ ਇੱਕ ਮਿੰਟ ਦੇ ਦਿਓ ਮੈਨੂੰ ਇੱਕ ਜਵਾਬ ਦੇਣਾ ਚਾਹਾਂਗਾ। ਗੌਰਵ ਜੀ ਜਸਟ ਮਿੰਟ, ਭੁੱਲਰ ਜੀ ਬਹੁਤ ਦੇਰ ਦੇ ਵੇਟ ਕਰ ਰਹੇ ਨੇ। ਭੁੱਲਰ ਜੀ ਬਹੁਤ ਛੋਟਾ ਜਿਹਾ ਕਮੈਂਟ ਰੱਖਿਓ। ਸੰਘੇੜਾ ਸਾਹਿਬ ਮੈਂ ਤੁਹਾਡੇ ਕੋਲ ਵਾਪਸ ਆ ਰਿਹਾ, ਇੱਕ ਛੋਟਾ ਜਿਹਾ ਕਮੈਂਟ ਲੈ ਲੈਣ ਦਿਓ। ਸਰੀਨ ਸਾਹਿਬ 30 ਸੈਕਿੰਡ ਸਰ ਪਲੀਜ਼। ਮੈਂ ਭੁੱਲਰ ਜੀ ਦਾ ਰੁਕ ਕਰਨਾ, ਇਸ ਕਰਕੇ ਪਲੀਜ਼ ਬਹੁਤ ਛੋਟਾ ਰੱਖਿਓ ਜਵਾਬ। ਸਰੀਨ ਜੀ ਮੇਰਾ ਸੰਘੇੜਾ ਸਾਹਿਬ, ਠੀਕ ਹੈ ਸੰਘੇੜਾ ਜੀ ਤੁਹਾਡੀ ਗੱਲ ਆ ਗਈ ਸਰ, ਤੁਸੀਂ ਅੱਗੇ ਜਵਾਬ ਦਿਓ, ਕੋਈ ਗੱਲ ਨਹੀਂ, ਥੋੜਾ ਇੱਕ ਵਾਰੀ ਵੇਟ ਕਰ ਲਿਓ। ਸਰੀਨ ਸਾਹਿਬ ਬਹੁਤ ਛੋਟਾ ਜਵਾਬ ਰੱਖਿਓ ਪਲੀਜ਼। ਜਿਹੜਾ ਇਹ ਸਪੈਸ਼ਲ ਸੈਸ਼ਨ ਬੁਲਾਇਆ ਸੀਗਾ ਜੀ, ਇਸ ਬੁਲਾਉਣ ਵਾਸਤੇ ਕੈਬਨਿਟ ਦੀ ਰਿਕਮੈਂਡੇਸ਼ਨ ਗਵਰਨਰ ਸਾਹਿਬ ਕੋਲ ਕਦੋਂ ਭੇਜੀ? ਜਿਹੜੇ ਤੁਸੀਂ ਗਵਰਨਰ ਸਾਹਿਬ ਤੇ ਕਹਿ ਰਹੇ ਹੋ ਕਿ ਉਹਨਾਂ ਨੂੰ ਬੁਲਾਉਣਾ ਚਾਹੀਦਾ ਸੀਗਾ। ਯੂ ਹੈਵ ਨੈਵਰ ਸੈਂਟ ਐਨੀ ਰਿਕੁਐਸਟ ਫॉर ਸਮਨਿੰਗ ਆਫ ਦ ਹਾਊਸ। ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਪਿਛਲੇ ਨੂੰ ਐਕਸਟੈਂਡ ਕਰ ਰਹੇ ਹਾਂ, ਤੁਸੀਂ ਆਪਣੇ ਆਪ ਨੂੰ ਕੰਟਰਡਿਕਟ ਕਰਦੇ ਪਏ ਹੋ ਜੀ। ਤੁਸੀਂ ਇਹ ਦੱਸੋ ਕਿਹੜੀ ਚਿੱਠੀ ਭੇਜੀ ਗਵਰਨਰ ਸਾਹਿਬ ਨੂੰ ਕਿ ਅਸੀਂ ਸੈਸ਼ਨ ਬੁਲਾਉਣਾ ਚਾਹੁੰਦੇ ਆ? ਤੁਸੀਂ ਚਿੱਠੀ ਭੇਜੀ ਕੋਈ ਨਹੀਂ। ਤੁਸੀਂ ਇਹ ਕਿਹਾ ਕਿ ਅਸੀਂ ਪਿਛਲੇ ਸੈਸ਼ਨ ਨੂੰ ਐਕਸਟੈਂਡਡ ਸੈਸ਼ਨ ਕਰ ਰਹੇ ਆ। ਠੀਕ ਹੈ, ਹੁਣ ਤੁਸੀਂ ਕਹਿੰਦੇ ਚਿੱਠੀ ਭੇਜੀ ਗਵਰਨਰ ਨੂੰ ਬੁਲਾਉਣਾ ਪਏਗਾ। ਬਈ ਚਿੱਠੀ ਭੇਜੀ ਕਿਹੜੀ, ਇਹ ਤੇ ਦੱਸ ਦਿਓ। ਚਿੱਠੀ ਕਿਹੜੀ ਭੇਜੀ ਐ ਸਪੈਸ਼ਲ ਸੈਸ਼ਨ ਬਣਾਉਣ ਦੀ? ਚਲੋ ਇੱਕ ਵਾਰੀ ਵੇਟ ਕਰਿਓ ਸਰ, ਹੁਣ ਵੇਟ ਕਰਿਓ, ਤੁਹਾਡੀ ਗੱਲ ਆ ਗਈ, ਆਪਾਂ ਜਵਾਬ ਲਵਾਂਗੇ। ਸੰਘੇੜਾ ਸਾਹਿਬ ਔਰ ਸਰੀਨ ਜੀ ਮੇਰੀ ਰਿਕੁਐਸਟ ਹੈ ਪਲੀਜ਼ ਥੋੜੀ ਵੇਟ ਕਰਿਓ, ਮੈਂ ਇੱਕ ਵਾਰ ਭੁੱਲਰ ਜੀ ਨੂੰ ਐਡ ਕਰ ਲਵਾਂ। ਸਾਰੇ ਦੇਖੋ, ਸਾਰੇ ਆਪਾਂ ਮਹਿਮਾਨ ਸੱਦੇ ਹੋਏ ਨੇ ਜੀ। ਜਵਾਬ ਸ੍ਰੀ ਸਾਹਿਬ ਦਾ ਗਲਾ ਬੈਠ ਜਾਣਾ, ਪਾਣੀ ਪੂਣੀ ਪੀਓ। ਇਹ ਜਿਹੜਾ ਸੈਸ਼ਨ ਇਹਦੇ ਵਿੱਚ ਮੈਂ ਕਿਹਾ, ਮੈਂ ਬਜਟ ਸੈਸ਼ਨ ਚ ਕਹਿ ਰਿਹਾ, ਮੈਂ ਬਜਟ ਸੈਸ਼ਨ ਚ ਕਿਹਾ ਹੈ ਕਿ ਬਜਟ ਸੈਸ਼ਨ ਦੀ ਪ੍ਰਵਾਨਗੀ ਨਹੀਂ ਸੀ ਦਿੱਤੀ। और ਨਾਲ ਆਰਡੀਐਫ ਕਿਉਂ ਰੁਕਿਆ ਕੇਂਦਰ ਸਰਕਾਰ ਨੇ? ਜਸਟ ਗੈਰ ਭਾਜਪਾ ਸਰਕਾਰਾਂ ਨੂੰ ਡਿਸਟਰਬ ਕਰਨ ਲਈ। ਠੀਕ ਹੈ, ਚਲੋ ਤੁਹਾਡੀ ਗੱਲ ਆ ਗਈ, ਆਪਾਂ ਜਵਾਬ ਲਵਾਂਗੇ ਸਰ, ਥੋੜਾ ਜਿਹਾ ਵੇਟ ਕਰਿਓ ਇੱਕ ਵਾਰੀ, ਮੈਂ ਭੁੱਲਰ ਜੀ ਦਾ ਰੁਕ ਕਰਨਾ। ਠੀਕ ਹੈ, ਨਹੀਂ ਪਲੀਜ਼ ਇਸ ਤਰੀਕੇ ਨਾਲ ਨਹੀਂ, ਸਾਰਿਆਂ ਨੂੰ ਦੇਖੋ, ਸਾਰੇ ਮਹਿਮਾਨ ਬਹੁਤ ਆਦਰ ਸਤਿਕਾਰ ਦੇ ਨਾਲ ਅਸੀਂ ਸੱਦਦੇ ਹਾਂ, ਇਸ ਕਰਕੇ ਸਭ ਦੀ ਗੱਲ ਰੱਖਣੀ ਜ਼ਰੂਰੀ ਹੁੰਦੀ ਹੈ। ਪਲੀਜ਼ ਨਹੀਂ, ਪਲੀਜ਼ ਥੋੜਾ ਜਿਹਾ ਸਰੀਨ ਸਾਹਿਬ ਵੇਟ ਕਰਿਓ ਪਲੀਜ਼। ਸੰਘੇੜਾ ਜੀ ਪਲੀਜ਼ ਵੇਟ ਕਰ ਲਿਓ। ਭੁੱਲਰ ਜੀ ਪਹਿਲਾਂ ਤਾਂ ਰਿਐਕਸ਼ਨ ਅਕਾਲੀ ਦਲ ਦਾ ਇਸ ਨੂੰ ਕਿਵੇਂ ਸਮਝ ਰਹੇ? ਇੱਕ ਪਾਸੇ ਅਕਾਲੀ ਦਲ ਦੇ ਬੀਜੇਪੀ ਹੈ ਜੋ ਕਹਿ ਰਹੀ ਹੈ ਕਿ ਆਮ ਆਦਮੀ ਪਾਰਟੀ ਸੰਵਿਧਾਨ ਦੇ ਮੁਤਾਬਿਕ ਕੰਮ ਨਹੀਂ ਕਰ ਰਹੀ, ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਆਬਵੀਅਸ ਕਿ ਜਿਨ੍ਹਾਂ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ ਗਵਰਨਰ ਸਾਹਿਬ ਕਿ ਮੈਨੂੰ ਤਾਂ ਕੋਈ ਪੁੱਛਿਆ ਨਹੀਂ ਗਿਆ, ਇਹ ਜਿਹੜਾ ਸੈਸ਼ਨ ਹੈ ਬਿਲਕੁਲ ਹੀ ਗੈਰ ਸੰਵਿਧਾਨਿਕ ਹੈ। ਗੌਰਵ ਜੀ, ਮੈਨੂੰ ਬੜਾ ਅਫਸੋਸ ਹੁੰਦਾ ਹੈ ਕਿ ਅੱਜ ਪੰਜਾਬ ਡੁੱਬ ਰਿਹਾ ਹੈ, ਪੰਜਾਬ ਦੇ ਵਿੱਚ ਤਬਾਹੀ ਮਚੀ ਹੋਈ ਹੈ, ਔਰ ਸੰਘੇੜਾ ਸਾਹਿਬ ਤੇ ਇਹਨਾਂ ਦੀ ਪਾਰਟੀ ਨੂੰ ਫਿਕਰ ਸਿਰਫ ਉਸ ਸੈਸ਼ਨ ਦਾ ਜਾਂ ਉਹ ਜਿਹੜੀਆਂ ਲਵ ਲੈਟਰਸ ਨੇ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਸਿਰਫ ਉਹਨਾਂ ਤੱਕ ਸੀਮਿਤ ਨੇ। ਸਾਡੇ ਮੁੱਖ ਮੰਤਰੀ ਸਾਹਿਬ ਭਾਖੜਾ ਦੇ ਉੱਤੇ ਖੜੇ ਹੋ ਕੇ ਕਹਿੰਦੇ ਸਭ ਕੁਝ ਕੰਟਰੋਲ ਹੇਠ ਹੈ, ਤੇ ਅੱਜ ਸਾਰਾ ਅੰਮ੍ਰਿਤਸਰ ਦਾ ਇਲਾਕਾ ਜਾਂ ਜਲੰਧਰ ਦਾ ਇਲਾਕਾ ਰੁੜਿਆ ਫਿਰਦਾ ਹੈ, ਔਰ ਜਿਹੜਾ ਭਾਖੜਾ ਤੋਂ ਪਾਣੀ ਛੱਡਿਆ ਉਹਨੇ ਜੋ ਬਰਬਾਦੀ ਕੀਤੀ ਹੈ ਉਹ ਸਭ ਨੂੰ ਪਤਾ ਹੈ। ਗੱਲ ਇਹ ਹੈ ਕਿ ਅੱਜ ਪੰਜਾਬ ਦੀ ਜਨਤਾ ਉਸ ਟਾਈਮ ਨੂੰ ਆਪਣੇ ਮੱਥੇ ਤੇ ਹੱਥ ਮਾਰ ਕੇ ਪਛਤਾਉਂਦੀ ਹੋਊਗੀ ਜਿੱਦਣ ਉਹਨਾਂ ਨੇ ਇਹ 92 ਵਿਧਾਇਕ ਜਿਤਾ ਕੇ ਤੇ ਭਗਵੰਤ ਮਾਨ ਵਰਗੇ ਜਿਹੜੇ ਕਿ ਇੱਕ ਕਮੇਡੀ ਸ਼ੋਅ ਕਰਦੇ ਸੀਗੇ ਉਹਨਾਂ ਨੂੰ ਮੁੱਖ ਮੰਤਰੀ ਬਣਾਤਾ ਪੰਜਾਬ ਦਾ। ਉਹਨਾਂ ਨੇ ਵਿਧਾਨ ਸਭਾ ਨੂੰ ਵੀ ਤੇ ਵਿਧਾਨ ਸਭਾ ਤੋਂ ਬਾਹਰ ਵੀ ਕਮੇਡੀ ਹੀ ਬਣਾ ਕੇ ਰੱਖਤੀ ਹੈ ਸਾਰੀ ਚੀਜ਼ ਨੂੰ। ਔਰ ਜੇ ਹਿਸਾਬ ਨਾਲ ਇਹ ਚੱਲ ਰਹੇ ਨੇ, ਮੈਂ ਸੰਘੇੜਾ ਸਾਹਿਬ ਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਸੈਸ਼ਨ ਤੁਸੀਂ ਕਹਿ ਰਹੇ ਹੋ ਕਿ ਉਹਦਾ ਕੰਟੀਨਿਊਟੀ ਸੀਗੀ, ਜਿਹੜਾ ਬਜਟ ਸੈਸ਼ਨ ਸੀ ਉਹਦੇ ਵਿੱਚ ਕੰਟੀਨਿਊਟੀ ਤੇ ਤਾਂ ਬਣਦੀ ਹੈ ਅਗਰ ਉਹ 'ਚ ਕੁਝ ਤੁਹਾਡੀ ਡਿਸਕਸ਼ਨ ਬਚ ਗਈ ਹੋਵੇ, ਉਹਨੂੰ ਤੁਸੀਂ ਅੱਗੇ ਕੰਟੀਨਿਊ ਕਰਨ ਵਾਸਤੇ ਰੱਖ ਲਿਆ ਹੋਵੇ, ਔਰ ਦੁਬਾਰਾ ਜਿਹੜਾ ਸਪੈਸ਼ਲ ਸੈਸ਼ਨ ਸੱਦ ਕੇ ਉਹਦੇ ਵਿੱਚ ਉਹ ਡਿਸਕਸ਼ਨ ਜਿਹੜੀ ਹੈ ਕੰਟੀਨਿਊ ਕੀਤੀ ਹੋਵੇ। ਉਹਦੇ ਕਿਤੇ ਹੋਈ ਨਹੀਂ, ਐਸੀ ਕੋਈ ਡਿਸਕਸ਼ਨ ਹੀ ਨਹੀਂ ਹੋਈ। ਔਰ ਗਵਰਨਰ ਸਾਹਿਬ ਕੋਲ ਤੁਸੀਂ ਕੋਈ ਏਜੰਡਾ ਨਹੀਂ ਭੇਜਿਆ ਬਿਜ਼ਨਸ ਦਾ ਕਿ ਕੀ ਬਿਜ਼ਨਸ ਕਰਨਾ ਤੁਸੀਂ ਉਸ ਦਿਨ। ਤੁਹਾਡੇ ਜਿਹੜੇ ਆਪਣੇ ਵਿਧਾਨ ਸਭਾ ਸਪੀਕਰ ਨੇ ਸੰਧਵਾ ਸਾਹਿਬ, ਰਾਤ ਤੱਕ ਉਹਨਾਂ ਨੂੰ ਨਹੀਂ ਪਤਾ ਸੀਗਾ ਵੀ ਕੀ ਹੋਣਾ ਹੈ। ਜਿਹੜੀ ਓਪੋਜੀਸ਼ਨ ਲੀਡਰ ਨੇ, ਐਲਓਪੀ ਨੇ ਜਾਂ ਓਪੋਜੀਸ਼ਨ ਜਿਹੜੀ ਲੋਕ ਨੇ, ਉਹਨਾਂ ਤੱਕ ਤੁਸੀਂ ਕੋਈ ਵੀ ਏਜੰਡਾ ਨਹੀਂ ਭੇਜਿਆ, ਬਿਜ਼ਨਸ ਦਾ ਬਣਾ ਕੇ ਨਹੀਂ ਭੇਜਿਆ। ਕੋਈ ਜ਼ੀਰੋ ਆਰ ਨਹੀਂ ਸੀ, ਕੋਈ ਕੁਐਸਚਨ ਆਰ ਨਹੀਂ ਸੀਗਾ। ਸਿਰਫ ਔਰ ਸਿਰਫ ਇਹ ਲੱਗਦਾ ਸੀਗਾ ਕਿ ਜਿਸ ਤਰ੍ਹਾਂ ਅੱਜ ਆਪਣੇ ਸੰਘੇੜਾ ਸਾਹਿਬ ਤੁਹਾਡੇ ਚੈਨਲ ਤੇ ਆਪਣੀ ਭੜਾਸ ਕੱਢ ਰਹੇ ਨੇ, ਉਸੇ ਤਰੀਕੇ ਨਾਲ ਉਦਣ ਸੀਐਮ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਭੜਾਸ ਕੱਢੀ ਆਪਣੀ, ਕਿਉਂਕਿ ਉੱਥੇ ਕੁਝ ਵੀ ਬੋਲ ਸਕਦੇ ਹੋ ਤੁਸੀਂ, ਕਿਸੇ ਵਾਸਤੇ ਕੁਝ ਵੀ ਕਹਿ ਸਕਦੇ ਹੋ ਤੁਸੀਂ, ਕਿਸੇ ਦੇ ਧਾਰਮਿਕ ਚਿੰਨ੍ਹਾਂ ਵਾਸਤੇ ਕਿਹੋ ਜਿਹੇ ਮਰਜ਼ੀ ਇਸ਼ਾਰੇ ਕਰ ਸਕਦੇ ਹੋ, ਜਿਹੋ ਜਿਹੀ ਮਰਜ਼ੀ ਭੱਦੀ ਭਾਸ਼ਾ ਬੋਲ ਸਕਦੇ ਹੋ, ਕਿਉਂਕਿ ਤੁਹਾਡੇ ਤੇ ਕੋਈ ਕੁਐਸਚਨ ਨਹੀਂ ਹੋ ਸਕਦਾ। ਜੇ ਬਾਹਰ ਬੋਲੋਗੇ ਤਾਂ ਲੋਕ ਸ਼ਾਇਦ ਤੁਹਾਨੂੰ ਘਸੀਟ ਲੈਂਦੇ।
ਤੁਹਾਡੇ ਕੱਪੜੇ ਪਾੜਦੇ, ਤੁਹਾਨੂੰ ਹਾਈ ਕੋਰਟ 'ਚ ਕੇਸ ਦੇ ਜਾਂ ਸੁਪਰੀਮ ਕੋਰਟ 'ਚ ਘਸੀਟ ਦੇ। ਲੇਕਿਨ ਉਸ ਜਗ੍ਹਾ ਦਾ ਤੁਸੀਂ ਮਰਿਆਦਾ ਜਿਹੜੀ ਸੀਗੀ ਉਹਨੂੰ ਇੰਨੀ ਬੁਰੀ ਤਰ੍ਹਾਂ ਤਾਰਪੀਡੋ ਕੀਤਾ, ਔਰ ਉੱਥੇ ਜਿਹੋ ਜੀ ਭਾਸ਼ਾ, ਜਿਹੋ ਜਿਹੇ ਐਕਸ਼ਨ, ਜਿਹੋ ਜੀ ਤਰੀਕਾ ਉੱਥੇ ਅਪਣਾਇਆ ਗਿਆ, ਉਹ ਬੜਾ ਹੀ ਮੰਦਭਾਗਾ ਸੀਗਾ ਉਸ ਦਿਨ ਵਾਸਤੇ। ਉਹ ਇੱਕ ਕਾਲਾ ਦਿਨ ਹੋ ਸਕਦਾ ਹੈ। ਔਰ ਜਿੱਥੋਂ ਤੱਕ ਢੀਂਡਸਾ ਸਾਹਿਬ ਬਾਰ-ਬਾਰ ਕਹਿ ਰਹੇ ਆ ਵੀ ਅਸੀਂ ਬੁਲਾ ਸਕਦੇ ਸੀਗੇ, ਢੀਂਡਸਾ ਸਾਹਿਬ ਅਗਰ ਤੁਸੀਂ ਪਹਿਲਾ ਜਿਹੜਾ ਬਜਟ ਸੈਸ਼ਨ ਸੀ ਉਹਦੀ ਕੋਈ ਡਿਸਕਸ਼ਨ ਉਹ 'ਚ ਕੀਤੀ ਹੁੰਦੀ ਫਿਰ ਤੇ ਉਹ ਜੈਨੂਅਨ ਸੀਗਾ, ਫਿਰ ਬਿਲਕੁਲ ਠੀਕ ਸੀਗਾ। ਜਦੋਂ ਤੁਸੀਂ ਉਹਦੇ ਬਾਰੇ ਕੋਈ ਉੱਥੇ ਗੱਲ ਹੀ ਨਹੀਂ ਕੀਤੀ, ਕੋਈ ਅੱਗੇ ਕੰਟੀਨਿਊਟੀ ਨਹੀਂ ਹੋਈ ਉਹਦੀ, ਤੇ ਫਿਰ ਕਾਹਦਾ ਸੈਸ਼ਨ ਸੀ ਜੀ? ਉਹ ਕੋਈ ਸਪੈਸ਼ਲ ਸੈਸ਼ਨ ਤੁਹਾਡਾ ਬਜਟ ਦਾ ਨਹੀਂ ਬਣਦਾ ਹੈਗਾ, ਉਹ ਵਾਕਿਆ ਹੀ ਇਨਲੀਗਲ ਬਣਦਾ ਹੈ। ਔਰ ਜਦੋਂ ਤੁਸੀਂ ਉਹਦਾ ਕੋਈ ਬਿਜ਼ਨਸ ਜਿਹੜਾ ਹੈ ਨਾ ਗਵਰਨਰ ਸਾਹਿਬ ਕੋਲ ਪਹਿਲਾਂ ਭੇਜਿਆ ਤੁਸੀਂ, ਨਾ ਵਿਧਾਨ ਸਭਾ ਦੇ ਆਪਣੇ ਸਪੀਕਰ ਕੋਲ ਜਿਹੜੇ ਤੁਹਾਡੇ ਆਪਣੇ ਨੇ ਉਹਨਾਂ ਕੋਲ ਭੇਜਿਆ, ਨਾ ਤੁਸੀਂ ਓਪੋਜੀਸ਼ਨ ਲੀਡਰਸ ਕੋਲ ਭੇਜਿਆ, ਨਾ ਕੋਈ ਜ਼ੀਰੋ ਆਰ ਨਾ ਕੁਐਸਚਨ ਆਰ, ਤੇ ਮਤਲਬ ਉਹਨੂੰ ਤੁਸੀਂ ਕਿਸ ਤਰ੍ਹਾਂ ਜੈਨੂਅਨ ਕਹਿ ਸਕਦੇ ਹੋ? ਇਹ ਕੋਈ ਨਵਾਂ ਸੰਵਿਧਾਨ ਬਣਾਉਂਦੇ ਹੋਣਗੇ, ਚਾਹੇ ਡਾਕਟਰ ਅੰਬੇਦਕਰ ਦੀ ਫੋਟੋ ਪਿੱਛੇ ਟੰਗ ਕੇ ਰੱਖਦੇ ਆ, ਦਿਨ ਰਾਤ ਤੇ ਨਾ ਜਪਦੇ ਆ। ਸੁਣੀ ਹੋਏਗੀ, ਮੈਂ ਜਵਾਬ ਲਵਾਂਗਾ ਸੰਘੇੜਾ ਸਾਹਿਬ ਤੋਂ, ਪਰ ਸੀਐਮ ਨੇ ਕਿਹਾ ਸੀ ਕਿ 2 ਵਾਰ ਇਸ ਤਰੀਕੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੇ ਦੌਰਾਨ ਵੀ ਸੈਸ਼ਨ ਸੱਦਿਆ ਗਿਆ ਸੀ। ਉਸ ਨੂੰ ਤਾਂ ਕਿਸੇ ਨੇ ਨਹੀਂ ਕਿਹਾ ਕਿ ਇਨਵੈਲਿਡ ਹੈ, ਇਹ ਗੈਰ ਸੰਵਿਧਾਨਿਕ ਹੈ। ਗੱਲ ਇਸ ਤਰ੍ਹਾਂ ਹੈ ਕਿ ਜਾਂ ਤੇ ਨਾ ਸਾਡੇ ਮੁੱਖ ਮੰਤਰੀ ਸਾਹਿਬ ਪੜ੍ਹ ਪੁੱੜ ਕੇ ਗੱਲ ਨਹੀਂ ਕਰਦੇ ਹੈਗੇ, ਐਵੇਂ ਜਿਸ ਤਰ੍ਹਾਂ ਉਹ ਕਮੇਡੀ ਸ਼ੋਅ ਦੇ ਵਿੱਚ ਚੁਟਕਲੇ ਨਾਲ ਚੁਟਕਲਾ ਮਿਲਾ ਕੇ ਆਪਾਂ ਗੱਲ ਕਰ ਲੈਂਦੇ ਆ, ਉਹ ਜਿਹਾ ਕੰਮ ਕਰਦੇ ਨੇ। ਜਿਹੜੇ ਉਦੋਂ ਸੈਸ਼ਨ ਸੱਦੇ ਗਏ ਨੇ ਉਹ ਕੰਟੀਨਿਊਟੀ ਸੀਗੀ, ਜਿਹੜੀ ਡਿਸਕਸ਼ਨ ਖਤਮ ਹੋ ਗਈ ਸੀ, ਰਹਿ ਗਈ ਸੀ, ਉਹਨੂੰ ਕੰਟੀਨਿਊ ਕਰਕੇ ਉਹ ਪਾਰਟ ਸੀ ਉਹ ਡਿਸਕਸ਼ਨ ਦਾ। ਮੈਨੂੰ ਇਹ ਦੱਸ ਦੇਣ ਕਿ ਇਹਨਾਂ ਨੇ ਬਜਟ ਸੈਸ਼ਨ ਦਾ ਕੀ ਡਿਸਕਸ਼ਨ ਕੀਤੀ ਹੈ ਸੈਸ਼ਨ ਦੇ ਵਿੱਚ, ਸਵਾਏ ਬਿੱਲ ਲੈ ਕੇ ਆਉਣ ਤੋਂ, ਜਾਂ ਸਵਾਏ ਤੁਸੀਂ ਇੱਕ ਕਕਾਰਾਂ ਬਾਰੇ ਗੱਲ ਕਰਨ ਤੋਂ ਸਿੱਖਾਂ ਦੇ, ਜਾਂ ਤੁਸੀਂ ਇੱਕ ਦੂਜੇ ਦੇ ਉੱਤੇ ਤੌਂਤਾ ਲਾਉਣ ਦੇ ਔਰ ਤਾਨੇ ਮੈਨੇ ਮਾਰਨ ਤੋਂ ਸਵਾਏ ਤੁਸੀਂ ਵੀ ਉਸ ਤਰਕ ਦੇ ਨਾਲ ਇਤਫਾਕ ਰੱਖ ਰਹੇ ਹੋ ਜਿਸ ਦੇ ਵਿੱਚ ਗਵਰਨਰ ਸਾਹਿਬ ਜਾਂ ਫਿਰ ਬੀਜੇਪੀ ਕਹਿ ਰਹੀ ਹੈ ਕਿ ਕੰਟੀਨਿਊ ਨਹੀਂ ਕੀਤਾ ਗਿਆ, ਜਾਂ ਕੰਟੀਨਿਊ ਉਸ ਬਿਜ਼ਨਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ, ਇਸ ਕਰਕੇ ਕੰਟੀਨਿਊ ਨਹੀਂ ਹੋ ਸਕਦਾ। ਦੇਖੋ, ਜਦੋਂ ਤੁਸੀਂ ਬਜਟ ਸੈਸ਼ਨ ਦੀ ਕੰਟੀਨਿਊਟੀ ਉਹ 'ਚ ਰੱਖੀ ਨਹੀਂ, ਜਾਂ ਤੇ ਬਜਟ ਸੈਸ਼ਨ ਦਾ ਕੁਝ ਡਿਸਕਸ ਕਰਦੇ, ਕੋਈ ਪੁਆਇੰਟ ਅੱਗੇ ਜਿਹੜਾ ਸੀਗਾ ਡਿਸਕਸ਼ਨ ਉਹ 'ਚ ਰਹਿ ਗਈ ਸੀ, ਉਹਨੂੰ ਕੰਟੀਨਿਊਟੀ ਦਿੰਦੇ ਤਾਂ ਤੇ ਉਹ ਬੰਨਿਆ ਜਾਂਦਾ ਜੀ ਉਹਦੀ ਕੰਟੀਨਿਊਟੀ ਹੈਗੀ ਹੈ। ਤੇ ਜਦੋਂ ਜਵਾਬ ਲਈਏ ਤੁਸੀਂ, ਆਪਾਂ ਜਵਾਬ ਲਈਏ ਇੱਕ ਵਾਰੀ। ਤੁਹਾਡੀ ਗੱਲ ਆ ਗਈ, ਜਵਾਬ ਲੈ ਲਈਏ ਸੰਘੇੜਾ ਸਾਹਿਬ। ਇੱਕ ਤਾਂ ਮੈਂ ਭੁੱਲਰ ਸਾਹਿਬ ਨੂੰ ਕਹੂੰਗਾ ਕਿ ਭਾਸ਼ਾ ਦੀ ਮਰਿਆਦਾ ਰੱਖੋ। ਤੁਸੀਂ ਆਪਣੀ ਭਾਸ਼ਾ ਦੀ ਮਰਿਆਦਾ ਰੱਖੋ ਸੰਘੇੜਾ ਸਾਹਿਬ, ਤੁਸੀਂ ਲੋਕ ਆਪਣੀ ਭਾਸ਼ਾ ਦੀ ਮਰਿਆਦਾ ਰੱਖੋ। ਤੁਸੀਂ ਲੋਕ ਭਾਸ਼ਾ ਦੀ ਮਰਿਆਦਾ ਭੁੱਲ ਗਏ ਹੋ। ਤੁਹਾਡੇ ਮੁੱਖ ਮੰਤਰੀ ਕੇਜਰੀਵਾਲ ਸਾਰੇ ਭਾਸ਼ਾ ਦੀ ਮਰਿਆਦਾ ਭੁੱਲ ਗਏ ਨੇ। ਤੁਹਾਨੂੰ ਤਾਂ ਬਾਕੀ ਕੀੜੇ ਮਕੌੜੇ ਲੱਗਦੇ ਨੇ, ਜਿਹਨੂੰ ਜੋ ਮਰਜ਼ੀ ਬੋਲ ਲੈਂਦੇ ਹੋ। ਤੁਸੀਂ ਸਿੱਖਾਂ ਦੇ ਟਿਕਾਣਾ ਬਾਰੇ ਨੇ ਮਰਜ਼ੀ ਇਸ਼ਾਰੇ ਕਰ ਲੈਂਦੇ ਹੋ। ਆਪਾਂ ਰੋਜ਼ਾਨਾ ਚਰਚਾ ਕਰਦੇ ਹਾਂ, ਇਸ ਕਰਕੇ ਜ਼ਰੂਰੀ ਹੈ। ਆਪਣੀ ਭਾਸ਼ਾ ਦੀ ਥੋੜੀ ਵੇਟ ਕਰਿਓ ਸਰ ਪਲੀਜ਼। ਪੁੱਲਰ ਜੀ ਇੱਕ ਵਾਰੀ ਥੋੜੀ ਵੇਟ ਕਰੋ, ਗੱਲ ਕੰਪਲੀਟ ਕਰ ਲੈਣ ਦਿਓ। ਸੰਘੇੜਾ ਸਾਹਿਬ ਪੁਆਇੰਟ ਦੇ ਉੱਤੇ ਆਈਏ ਨਾ ਸਰ, ਪੁਆਇੰਟ ਦੇ ਉੱਤੇ ਆਈਏ। ਨਹੀਂ ਸੰਘੇੜਾ ਸਾਹਿਬ ਪੁਆਇੰਟ ਦੇ ਉੱਤੇ ਆਈਏ, ਆਪਾਂ ਇੱਧਰ ਸੇ ਨਹੀਂ ਕਰਨਾ, ਆਪਾਂ ਸਿੱਧਾ ਪੁਆਇੰਟ ਦੇ ਉੱਤੇ ਗੱਲ ਕਰਾਂਗੇ। ਇੱਕ ਸੈਕਿੰਡ ਸੰਘੇੜਾ ਸਾਹਿਬ, ਆਪਾਂ ਪਰਸਨਲ ਤੌਰ ਦੇ ਉੱਤੇ ਨਾ ਸਟੇਸ਼ਨ ਨਜ਼ਰ ਆਉਂਦੀ ਨਾ ਲੋਕਾਂ ਦੀ। ਜਦੋਂ ਵਿਕਰਮ ਜੀ ਨਹੀਂ ਠੀਕ ਹੈ, ਇੱਕ ਸੈਕਿੰਡ ਰੁਕੋ ਨਾ ਸਰ। ਸੰਘੇੜਾ ਸਾਹਿਬ ਪੁਆਇੰਟ ਦੇ ਉੱਤੇ ਆਈਏ ਸਰ, ਪੁਆਇੰਟ ਦੇ ਉੱਤੇ ਜਿਹੜੀ ਡਿਬੇਟ ਆਪਾਂ ਉਸ ਦੇ ਉੱਤੇ ਗੱਲ ਕਰੀਏ। ਗਵਰਨਰ ਸਾਹਿਬ ਵੀ ਇਹ ਤਰਕ ਦੇ ਰਹੇ ਨੇ। ਸੰਘੇੜਾ ਸਾਹਿਬ ਸੁਣੋ, ਇੱਕ ਸੈਕਿੰਡ ਸੁਣੋ ਸਰ ਪਲੀਜ਼। ਗਵਰਨਰ ਸਾਹਿਬ ਇਹ ਤਰਕ ਦੇ ਰਹੇ ਨੇ, ਕਹਿੰਦੇ ਬਜਟ ਸੈਸ਼ਨ ਦਾ ਕੋਈ ਵੀ ਬਿਜ਼ਨਸ ਪੈਂਡਿੰਗ ਨਹੀਂ ਸੀ। ਪੁਆਇੰਟ ਨੰਬਰ 2, ਜਿਹੜੇ ਬਿੱਲ ਸੱਦੇ ਗਏ ਉਸ ਦਾ ਬਜਟ ਸੈਸ਼ਨ ਦੇ ਨਾਲ ਕੋਈ ਵੀ ਕੰਟੀਨਿਊਟੀ ਨਹੀਂ ਬਣਦੀ, ਉਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਔਰ ਜਿਹੜੇ ਬਿੱਲ ਤੁਸੀਂ ਦਿੱਤੇ ਵੀ ਆ, ਬਿੱਲ ਪਾਸ ਵੀ ਕੀਤੇ 4 ਸੈਸ਼ਨ ਦੇ ਦੌਰਾਨ, ਉਹ ਬਿੱਲ ਮੌਨਸੂਨ ਸੈਸ਼ਨ ਦੇ ਵਿੱਚ ਵੀ ਲਿਆਂਦੇ ਜਾ ਸਕਦੇ ਸੀ, ਕੋਈ ਦਿੱਕਤ ਨਹੀਂ ਸੀ। ਉਹ ਕਹਿੰਦੇ ਕਿ ਕੋਈ ਤਾਂ ਪੁਆਇੰਟ ਦੱਸੋ, ਤੁਸੀਂ ਦੱਸੋ ਨਾ ਕੋਈ ਪੁਆਇੰਟ ਜੇ ਵੈਲਿਡ ਨਹੀਂ ਕਹਿ ਰਹੇ। ਮੈਂ ਦੱਸਦਾ ਕਿਸੇ ਦੇ ਵਿਅਕਤੀਤਵ ਬਾਰੇ ਨਹੀਂ ਬੋਲਣਾ ਚਾਹੀਦਾ। ਮੈਂ ਕਹਿ ਰਿਹਾ ਕਿ ਮੰਦਭਾਗਾ ਵੀ ਹੈ ਨਾ ਸੈਸ਼ਨ ਚ ਤਕਰੀਰਾਂ ਮੰਦਭਾਗੇ ਜਾਂ ਡਿਸਕਸ਼ਨ ਜੋ ਵੀ ਹੋਈ ਹੈ, ਮੰਦਭਾਗਾ ਉੱਥੇ ਜਦੋਂ ਵਿਕਰਮ ਮਜੀਠੀਆ ਸਾਹਿਬ ਤੇ ਰਾਣਾ ਗੁਰਜੀਤ ਸਿੰਘ ਕਾਂਗਰਸ ਦੇ ਮਾਂ ਭੈਣ ਦੀ ਗੱਲਾਂ ਕਰ ਰਹੇ ਸੀ ਸੈਸ਼ਨ ਵਿੱਚ। ਆਪਾਂ ਸੈਸ਼ਨ ਤੇ ਆਈਏ ਨਾ ਸਰ, ਕੋਈ ਗੱਲ ਨਹੀਂ, ਕਿਸੇ ਦਿਨ ਹੋਰ ਡਿਬੇਟ ਕਰ ਲਾਂਗੇ। ਇਨਫੈਕਟ ਇਹਨਾਂ ਮੁੱਦਿਆਂ ਉੱਤੇ ਆਲਰੇਡੀ ਬਹੁਤ ਗੱਲਾਂ ਹੋ ਚੁੱਕੀਆਂ ਨੇ। ਗੌਰਵ ਜੀ, ਸੰਘੇੜਾ ਸਾਹਿਬ ਨੇ ਸੈਸ਼ਨ ਦੇ ਅੰਦਰ ਜੋ ਕੁਝ ਹੋਇਆ, ਜਦੋਂ ਵਿਕਰਮ ਮਜੀਠੀਆ ਤੇ ਸਿੱਧੂ ਅੰਦਰ ਹੁੰਦੇ ਸੀ ਵਿਧਾਨ ਸਭਾ ਦੇ, ਉਦੋਂ ਵੀ ਚਰਚਾ ਹੋਈ ਹੈ। ਜਦੋਂ ਜੱਫੀ ਪਈ ਆਪਾਂ ਉਸ ਦੇ ਉੱਤੇ ਵੀ ਗੱਲਬਾਤ ਕੀਤੀ ਹੈ। ਮੈਂ ਇਸ ਕਰਕੇ ਰਿਕੁਐਸਟ ਕਰ ਰਿਹਾ ਕਿ ਜਿਹੜਾ ਆਪਾਂ ਟੌਪਿਕ ਇੱਕ ਵਾਰੀ ਚੂਜ਼ ਕਰ ਲੈਂਦੇ ਆ, ਆਪਾਂ ਉਹਦੇ ਉੱਤੇ ਥੋੜਾ ਜਿਹਾ ਫੋਕਸ ਜ਼ਰੂਰ ਕਰ ਲਈਏ। ਪੁੱਲਰ ਜੀ ਤੁਹਾਨੂੰ ਵੀ ਰਿਕੁਐਸਟ ਹੈ, ਸਰੀਨ ਸਾਹਿਬ ਤੁਹਾਨੂੰ ਵੀ, ਇਨਫੈਕਟ ਸੰਘੇੜਾ ਸਾਹਿਬ ਤੁਹਾਨੂੰ ਵੀ, ਪਲੀਜ਼ ਉਸ ਦੇ ਉੱਤੇ ਪੁਆਇੰਟ ਰੱਖੋ। ਤੁਸੀਂ ਇਹ ਦੱਸੋ ਕਿ ਕਿਵੇਂ ਤੁਸੀਂ ਉਸ ਤਰਕ ਦੇ ਉੱਤੇ ਆਪਣਾ ਜਵਾਬ ਦੇ ਰਹੇ ਹੋ ਕਿ ਕੰਟੀਨਿਊਟੀ ਨਹੀਂ ਸੀ ਸੈਸ਼ਨ ਦੀ, ਔਰ ਤੁਹਾਨੂੰ ਫਰੈਸ਼ ਸੈਸ਼ਨ ਸੱਦਣਾ ਪੈਣਾ ਸੀ ਮੌਨਸੂਨ ਵਾਲਾ, ਜੋ ਤੁਸੀਂ ਨਹੀਂ ਸੱਦਿਆ। ਹਾਂ, ਮੈਂ ਗੌਰਵ ਜੀ ਇਹੀ ਬੇਨਤੀ ਕੀਤੀ ਆ ਵੀ ਕਿਸੇ ਵੀ ਸੈਸ਼ਨ ਨੂੰ ਇਦਾਂ ਨਹੀਂ ਹੈ ਕਿ ਤੁਸੀਂ ਉਹਦੀ ਚੀਰ ਫਾੜ ਕਰੋ ਕਿ ਇੱਥੋਂ ਇੱਥੇ ਤੰਦ ਨਹੀਂ ਜੁੜੀ ਤਾਂ ਉਹ ਗੈਰ ਸੰਵਿਧਾਨਕ ਹੈ।
ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਜਿਹੜਾ ਸੈਸ਼ਨ ਉਠਾਇਆ ਨਹੀਂ ਉਹਦੇ ਵਿੱਚ ਅੱਗੇ ਕੀ ਬਿਜ਼ਨਸ ਕਰਨਾ ਹੈ ਕੀ ਨਹੀਂ ਕਰਨਾ ਉਹ ਜ਼ਰੂਰੀ ਨਹੀਂ ਹੈ ਕਿ ਦੂਜੇ ਬਿੱਲ ਜਿਹੜੇ ਉਹ ਪੇਸ਼ ਹੋ ਗਏ ਤਾਂ ਉਹ ਗੈਰ ਸੰਵਿਧਾਨਕ ਹੋ ਗਿਆ। ਇਹ ਉੱਥੇ ਉਠਾਉਂਦੇ ਗੱਲ ਨੂੰ ਇਸ ਨੂੰ ਜੇ ਕੁਝ ਤਾਂ ਪਾਰਟਿਸਿਪੇਟ ਕਰਦੇ ਨੇ ਤਾਂ 2.5 ਐਮਐਲਏ ਹੈਗੇ ਹੀ ਆ ਸ਼੍ਰੋਮਣੀ ਅਕਾਲੀ ਦਲ ਦੇ ਬੀਜੇਪੀ ਦੇ ਇਹ ਉਠਾਉਂਦੇ ਨੇ ਗੱਲ ਨੂੰ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਜੋ ਵੀ ਉੱਥੇ ਸੈਸ਼ਨ ਕਾਰਵਾਈ ਹੋਈ ਆ ਬਿਲਕੁਲ ਲੀਗਲ ਹੈ। ਕਿਤੇ ਨਹੀਂ ਲਿਖਿਆ ਕਿ ਕਿਹੜਾ ਬਿੱਲ ਪੇਸ਼ ਕਰਨਾ ਕਿਹੜਾ ਨਹੀਂ ਕੀਤਾ ਜਾਣਾ। ਔਰ ਜਿਹੜਾ ਭਗਵੰਤ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਸਪਸ਼ਟ ਕਿਹਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਵੇਲੇ 2 ਸੈਸ਼ਨ ਹੋਏ ਆ ਉਹਦੇ ਬਾਰੇ ਬੋਲ ਨਹੀਂ ਰਹੇ ਕਿ ਉਹ ਕੀ ਉਹ ਵੀ ਨਹੀਂ ਦੱਸਿਆ। ਕੋਈ ਵੀ ਚੁਣਿਆ ਹੋਇਆ ਐਸਟੈਬਲਿਸ਼ਡ ਟਰੁਥ ਹੈ ਕਿ ਕੋਈ ਵੀ ਸੈਸ਼ਨ ਜਿਹੜਾ ਸੁਪਰੀਮ ਕੋਰਟ ਨੇ ਕਲੀਅਰ ਕਰਤਾ ਹੈ ਕੋਈ ਵੀ ਸੈਸ਼ਨ ਚੁਣੇ ਹੋਏ ਵਿਧਾਇਕਾਂ ਵੱਲੋਂ ਕੈਬਨਿਟ ਵੱਲੋਂ ਸੱਦਿਆ ਗਿਆ ਉਹ ਮੁੱਖ ਮੰਤਰੀ ਸਾਹਿਬ ਨੂੰ ਸੱਦਿਆ ਗਿਆ ਉਹ ਗੈਰ ਸੰਵਿਧਾਨਕ ਕਾਨੂੰਨ ਦੇ ਲਈ ਯੂਜ਼ ਹੀ ਨਹੀਂ ਕੀਤਾ ਜਾ ਸਕਦਾ। ਨੰਬਰ 2 ਤੇ ਗਵਰਨਰ ਦੀਆਂ ਚਿੱਠੀਆਂ ਗਵਰਨਰ ਸਾਹਿਬ ਨੂੰ ਅਧਿਕਾਰ ਹੈ ਚਿੱਠੀ ਲਿਖਣ ਦਾ। ਈਵਨ ਮੈਨੂੰ ਵੀ ਅਧਿਕਾਰ ਹੈ ਮੈਂ ਸ੍ਰੀ ਸਾਹਿਬ ਨੂੰ ਚਿੱਠੀ ਲਿਖ ਸਕਦਾ ਔਰ ਜਵਾਬ ਦੇਣਾ ਵੀ ਫਰਜ਼ ਹੈ। ਬਿਲਕੁਲ ਅਸੀਂ ਜਵਾਬ ਦੇ ਰਹੇ ਹਾਂ ਜਿਹਦੇ ਵਿੱਚ ਜਵਾਬ ਦੀ ਲੋੜ ਹੈਗੀ ਆ। ਮੈਂ ਸ੍ਰੀ ਸਾਹਿਬ ਨੂੰ ਪੁੱਛਿਆ ਮੈਂ ਦੋਸ਼ ਲਾਇਆ ਪਹਿਲਾਂ ਸੱਚਾ ਦੋਸ਼ ਲਾਇਆ ਕਿ ਆਰਡੀਐਫ ਕੇਂਦਰ ਸਰਕਾਰ ਕਿਉਂ ਨਹੀਂ ਦਿੰਦੀ। ਮੈਂ ਸ੍ਰੀ ਸਾਹਿਬ ਨੂੰ ਪੁੱਛਿਆ ਉਹ ਗੱਲ ਲਿਖਾ ਹੈ। ਇਹ ਮੈਂ ਸਪਸ਼ਟ ਤੌਰ ਤੇ ਕਹਿ ਰਿਹਾ ਗੱਲ ਇਹ ਹੈ ਕਿ ਭਗਵੰਤ ਮਾਨ ਸਾਹਿਬ ਲੋਕਾਂ ਦੇ ਮਸਲੇ ਕਿਉਂ ਨਹੀਂ ਹੱਲ ਕਰੀ ਜਾ ਰਹੇ ਆ ਲੋਕਾਂ ਚ ਲੋਕਪ੍ਰਿਯ ਕਿਉਂ ਹੋ ਰਹੇ ਆ। ਠੀਕ ਹੈ ਜਵਾਬ ਲਓ ਸਰ ਜਵਾਬ ਲਓ। ਡਰ ਸਤਾ ਰਿਹਾ ਹੈ ਮੈਂ ਉਮੀਦ ਕਰਦਾ ਕਿ ਤੁਹਾਡੇ ਪੁਆਇੰਟ ਉਹਨਾਂ ਤੱਕ ਪਹੁੰਚੇ ਸਮਝ ਠੀਕ ਹੈ ਜਵਾਬ ਲਓ ਸਰ। ਮੈਂ ਭੁੱਲਰ ਜੀ ਤੁਹਾਡੇ ਕੋਲ ਵੀ ਆ ਰਿਹਾ ਪਰ ਪਹਿਲਾਂ ਸਰੀਨ ਸਾਹਿਬ ਦੇਖੋ ਕੰਟੀਨਿਊਟੀ ਸੀ ਦੇਖੋ ਕੰਟੀਨਿਊਟੀ ਸੀ ਮੈਂ ਉਹੀ ਕਹਿ ਰਿਹਾ ਕਿ ਉਸ ਦੇ ਉੱਪਰ ਤੁਸੀਂ ਰਿਐਕਟ ਕਰ ਦਿਓ। ਜੀ ਸਰੀਨ ਸਾਹਿਬ। ਸਿੰਗਰ ਸਾਹਿਬ ਮੈਂ ਤੁਹਾਡੇ ਵਿੱਚ ਨਹੀਂ ਬੋਲਿਆ ਤੁਸੀਂ ਬੋਲੇ ਹੁਣ ਮੈਂ ਉਮੀਦ ਕਰਦਾ ਕਿ ਤੁਸੀਂ ਵਿੱਚ ਡਿਸਟਰਬ ਨਹੀਂ ਕਰੋਗੇ। ਮੇਰੀ ਬੇਨਤੀ ਮੰਨ ਲਓ ਗੌਰਵ ਜੀ ਇੱਕ ਪਾਸੇ ਇਸ ਆਰਟੀਕਲ 174 ਦੀ ਗੱਲ ਕਰ ਰਹੇ ਨੇ ਸੰਘੇੜਾ ਸਾਹਿਬ ਕਿ ਵੀ ਜੇ ਗਵਰਨਰ ਸਾਹਿਬ ਨੂੰ ਤੇ ਸੈਸ਼ਨ ਸੱਦਣਾ ਹੀ ਪਊਗਾ। ਮੇਰਾ ਫਿਰ ਉਹੀ ਪ੍ਰਸ਼ਨ ਹੈ ਕਿ ਤੁਸੀਂ ਇਸ ਸਪੈਸ਼ਲ ਸੈਸ਼ਨ ਨੂੰ ਸੱਦਣ ਵਾਸਤੇ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਕਦੋਂ? ਉਹ ਨਹੀਂ ਲਿਖੀ। ਤੁਸੀਂ ਜਿਹੜਾ ਹੈਗਾ ਵੈ ਪਹਿਲਾਂ ਗਵਰਨਰ ਸਾਹਿਬ ਨੂੰ ਵਰਬਲੀ ਕਿਹਾ ਜੇ ਅਸੀਂ ਸੈਸ਼ਨ ਬੁਲਾਣਾ ਹੈ ਸਪੈਸ਼ਲ ਸੈਸ਼ਨ ਬੁਲਾਣਾ ਹੈ ਜੀ ਜਦੋਂ ਵਿਸ਼ਾ ਆਇਆ ਫਿਰ ਮੁੜ ਕੇ ਦੇਖਿਆ ਕਿ ਅਸੀਂ ਸਪੈਸ਼ਲ ਸੈਸ਼ਨ ਨਹੀਂ ਬੁਲਾ ਸਕਦੇ ਤੁਸੀਂ ਕਿਹਾ ਜੀ ਉਹ ਕੰਟੀਨਿਊਟੀ ਕਰ ਰਹੇ ਆ। ਤੁਸੀਂ ਜਿਹੜੀ ਲਾਸਟ ਜਦੋਂ ਸੈਸ਼ਨ ਉੱਠਿਆ ਤੁਸੀਂ ਸਿੰਗਰ ਸਾਹਿਬ ਆਪ ਅਫਸਰ ਰਹੇ ਹੋ ਬੜੇ ਸਿਆਣੇ ਹੋ ਉਦੋਂ ਸਪੀਕਰ ਸਾਹਿਬ ਨੇ ਕੀ ਕਹਿ ਕੇ ਉਠਾਇਆ ਸੀ ਜਰਾ ਇਹ ਜਾ ਕੇ ਆਪਣੇ ਰਿਕਾਰਡ ਚੋਂ ਚੈੱਕ ਕਰ ਲਓ। ਲਾਸਟ ਡੇ ਆਫ ਸੈਸ਼ਨ ਜਦੋਂ ਆਪਾਂ ਖਤਮ ਕਰਦੇ ਆ ਕੀ ਸ਼ਬਦ ਇਸਤੇਮਾਲ ਕਰਕੇ ਕੀਤਾ ਸੀ ਇਹਦੇ ਸੈਸ਼ਨ ਸਰ 20 ਜੂਨ ਨੂੰ ਜਾਂ ਬਜਟ ਸੈਸ਼ਨ ਜਦੋਂ ਖਤਮ ਕੀਤਾ ਗਿਆ ਠੀਕ ਹੈ ਕਿਆ ਉਸ ਵੇਲੇ ਉਹਨਾਂ ਨੇ ਅਡਜਰਨ ਕੀਤਾ ਸੀ? ਬਿਕੋਜ਼ ਸੈਸ਼ਨ ਕੈਨ ਕੰਟੀਨਿਊ ਇਫ ਵਨ ਇਟ ਇਜ਼ ਅਡਜਰਨਡ। he has never used the term adjourn। ਆਪਾਂ ਦੇਖਦੇ ਨਾ ਰੋਜ਼ ਅਡਜਰਨ ਕਰਤਾ ਜੀ ਕੱਲ ਤੱਕ ਕਰਤਾ ਅਡਜਰਨ ਪਰਸੋਂ ਤੱਕ ਕਰਤਾ ਜੀ ਇਹਨੇ ਤੇ ਕਰਤਾ। ਜਦੋਂ ਪਿਛਲਾ ਸੈਸ਼ਨ ਬਜਟ ਸੈਸ਼ਨ ਉਠਾਇਆ ਗਿਆ ਕਿਆ ਉਸ ਨੂੰ ਉਠਾਉਣ ਵੇਲੇ ਤੁਹਾਡੇ ਸਪੀਕਰ ਸਾਹਿਬ ਨੇ ਮਾਨਯੋਗ ਸਪੀਕਰ ਸਾਹਿਬ ਨੇ ਉਸ ਤੇ ਉੱਤੇ ਵਰਡ ਅਡਜਰਨ ਬੋਲਿਆ ਸੀ ਉਹ ਰਿਕਾਰਡ 'ਚ ਹੈਗਾ? ਜੇ ਅਡਜਰਨ ਨਹੀਂ ਬੋਲਿਆ ਤਾਂ ਕੀ ਬੋਲਿਆ ਸੀ ਸਰੀਨ ਸਾਹਿਬ ਜੇ ਤੁਹਾਨੂੰ ਯਾਦ ਹੋਵੇ? ਮੈਂ ਕਿਹਾ ਸਰ ਮੈਂ ਤੇ ਇਹ ਕਹਿ ਰਿਹਾ ਨਾ ਰਿਕਾਰਡ ਇਹਨਾਂ ਕੋਲ ਹੈਗਾ ਰਿਕਾਰਡ ਪੇਸ਼ ਕਰ ਦੇਣ ਕਿ ਉੱਥੇ ਕੀ ਬੋਲਿਆ ਸੀ। ਕੀ ਬੋਲੇ ਨਾ ਸਰ ਦੇਖੋ ਗੱਲ ਇਹ ਹੈ ਕਿ ਆਮ ਤੌਰ ਤੇ ਸੈਸ਼ਨ ਦੇ ਆਖਰੀ ਦਿਨ ਕੀ ਬੋਲਿਆ ਜਾਂਦਾ ਹੈ ਸੈਸ਼ਨ ਸਿਨੇਡਾਏ। ਉਸ ਦਾ ਮਤਲਬ ਹੁੰਦਾ ਹੈ ਕਿ ਸੈਸ਼ਨ ਅਣਮਿੱਥੇ ਸਮੇਂ ਦੇ ਲਈ ਮੁਲਤਵੀ। ਸੈਸ਼ਨ ਖਤਮ ਨਹੀਂ ਹੋਇਆ ਨਹੀਂ ਕਿਹਾ ਜਾਂਦਾ ਇਹੀ ਕਿਹਾ ਜਾਂਦਾ ਚਾਹੇ ਪਾਰਲੀਮੈਂਟ ਦਾ ਹੋਵੇ ਚਾਹੇ ਵਿਧਾਨ ਸਭਾ ਦਾ ਹੋਵੇ ਕਿ ਸੈਸ਼ਨ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਮਤਲਬ ਐਡਜਰਨ ਜਾਂ ਸਸਪੈਂਡ। ਨਹੀਂ ਫਰਕ ਹੁੰਦਾ ਹੈ। there is a difference between adjourning the house ਜਿਹੜਾ ਹਾਊਸ ਐਡਜਰਨ ਕੀਤਾ ਜਾਂਦਾ ਹੈ ਉਹਨੂੰ ਤੁਸੀਂ ਜਦੋਂ ਮਰਜ਼ੀ ਬੁਲਾ ਸਕਦੇ ਹੋ। ਆਪਾਂ ਵੀ ਕਹਿੰਦੇ ਨਾ ਮੀਟਿੰਗ ਐਡਜਰਨ ਕਰਤੀ ਯਾਰ ਕੱਲ ਦੁਬਾਰਾ ਬੁਲਾ ਲਾਂਗੇ ਆਪਾਂ ਠੀਕ ਹੈ ਨਾ। here the governor has never used the term adjourn। ਉੱਥੇ ਸੈਸ਼ਨ ਖਤਮ ਹੋਇਆ ਜੀ ਇਹ ਜਾ ਕੇ ਆਪਣੇ ਗਵਰਨਰ ਸਾਹਿਬ ਦੀ ਭਾਸ਼ਾ ਨੂੰ ਉੱਤੇ ਰਿਕਾਰਡ ਤੇ ਚੈੱਕ ਕਰ ਲੈਣ। ਮੇਰਾ ਚੈਲੰਜ ਹੈ ਇਹਨਾਂ ਨੂੰ। ਨਹੀਂ ਫਿਰ ਕੀ ਬੋਲਿਆ ਮੈਂ ਤਾਂ ਉਹੀ ਕਹਿ ਰਿਹਾ ਉਹਨਾਂ ਨੇ ਇਹੀ ਬੋਲਿਆ ਹੋਏਗਾ ਸਿਨੇਡਾਈ ਖਤਮ ਹੋ ਗਿਆ। ਇਹ ਬਾਤ ਹੈ ਤੁਸੀਂ ਰਾਈਟਿੰਗ ਚ ਗਵਰਨਰ ਨੇ ਜਿਹੜਾ ਸਪੀਕਰ ਨੇ ਰਾਈਟਿੰਗ ਚ ਕਰਨਾ ਜੋ ਨੇ ਰਾਈਟਿੰਗ ਚ ਨਹੀਂ ਕੀਤਾ ਹੂ ਇਜ਼ ਰਿਸਪੌਂਸਿਬਲ ਫॉर दैट ਜੀ। ਇਹ ਰਿਕਾਰਡ ਇਹਨਾਂ ਕੋਲ ਦੇਖੋ ਮੇਰੇ ਕੋਲ ਰਿਕਾਰਡ ਤਾਂ ਹੈ ਨਹੀਂਗਾ। ਯੂ ਸ਼ੁਡ ਪ੍ਰੋਡਿਊਸ ਦ ਰਿਕਾਰਡ।
ਕਿ ਸਪੀਕਰ ਨੇ ਉਸ ਸੱਤਰ ਨੂੰ ਉਠਾਉਣ ਵੇਲੇ ਕਿਹੜੇ ਸ਼ਬਦ ਦਾ ਇਸਤੇਮਾਲ ਕੀਤਾ ਸੀ। ਠੀਕ ਹੈ, ਵੈਲਿਡ ਪੁਆਇੰਟ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਐਡਜਰਨ ਨਹੀਂ ਬੋਲਿਆ ਗਿਆ ਤਾਂ ਫਿਰ ਤੁਸੀਂ ਉਸ ਨੂੰ ਕੰਟੀਨਿਊਟੀ ਨਹੀਂ ਦਿਖਾ ਸਕਦੇ, ਤੁਸੀਂ ਇਹ ਤਰਕ ਦੇ ਰਹੇ ਹੋ। ਨੰਬਰ 2 ਸਿੰਗੜਾ ਸਾਹਿਬ, ਤੁਸੀਂ ਸੰਵਿਧਾਨ ਦੀਆਂ ਗੱਲਾਂ ਕਰਦੇ ਹੋ। ਆਰਟੀਕਲ 174 ਤੇ ਤੁਹਾਨੂੰ ਬੜਾ ਯਾਦ ਹੈਗਾ, ਆਰਟੀਕਲ 167 ਵੀ ਹੈਗਾ। ਜੇ ਕਹਿੰਦੇ ਹੋ, ਮੈਂ ਫੇਰ ਵੀ ਤੁਹਾਨੂੰ ਜਾਣਕਾਰੀ 2 ਅੱਖਰ ਪੜ੍ਹ ਦਿੰਦਾ ਉਹਦੇ ਚੋਂ। To duties of the chief minister to furnish such information relating to the administration of the affairs of the state, proposals for registrations as the governor may call for। ਤੁਹਾਡੇ ਕੋਲ 10 ਮਹੀਨਿਆਂ ਦੇ ਵਿੱਚ ਗਵਰਨਰ ਕੋਲੋਂ ਨੇ ਜੋ ਇਨਫੋਰਮੇਸ਼ਨ ਮੰਗੀ ਉਹ ਨਹੀਂ ਭੇਜੀ ਗਈ। ਕਿਉਂ? ਕਿਆ ਇਹ ਸੰਵਿਧਾਨ ਦੀਆਂ ਧੱਜੀਆਂ ਨਹੀਂ ਉਡਾ ਰਹੇ ਤੁਸੀਂ? ਕਿਆ ਇਹ ਸੁਪਰੀਮ ਕੋਰਟ ਦੇ ਆਰਡਰ ਦੀਆਂ ਧੱਜੀਆਂ ਨਹੀਂ ਉਡਾ ਰਹੇ ਤੁਸੀਂ? ਜੀ ਇੱਕ ਪਾਸੇ ਸੰਵਿਧਾਨ ਦੀ ਧੁਆਈ ਦੇਵੋ, ਠੀਕ ਹੈ, ਦੂਜੇ ਪਾਸੇ ਤੁਹਾਡੀ ਸਟੇਟਮੈਂਟ ਆ ਗਈ ਸਰ। ਮੈਂ ਹੁਣ ਜਵਾਬ ਲਵਾਂਗਾ ਇੱਕ ਵਾਰੀ, ਪਲੀਜ਼ ਥੋੜਾ ਜਿਹਾ ਵੇਟ ਕਰਿਓ। ਤੁਸੀਂ ਬੜੇ ਡਿਟੇਲ ਦੇ ਵਿੱਚ ਆਪਣੀ ਗੱਲ ਰੱਖ ਰਹੀ ਸਰ। ਮੈਂ ਉਹੀ ਕਹਿ ਰਿਹਾ 167 ਤੇ 174 ਦੇ ਵਿਚਾਲੇ ਉਲਝਿਆ ਹੋਇਆ ਕੰਮ ਨਜ਼ਰ ਆ ਰਿਹਾ ਹੈ। ਇਹਨਾਂ ਮੈਂ ਇੱਕ ਜਵਾਬ ਦੇ ਰਿਹਾ ਕਿ ਸਿੰਗਰ ਸਾਹਿਬ ਬੜੇ ਪੜ੍ਹੇ ਲਿਖੇ ਸਿਆਣੇ ਨੇ। ਸਿੰਗਰ ਸਾਹਿਬ ਮੈਨੂੰ ਇਹ ਦੱਸੋ, ਗਵਰਨਰ ਸਾਹਿਬ ਨੂੰ ਚਿੱਠੀਆਂ ਜਿਹੜੀਆਂ ਗਵਰਨਰ ਇਨਫੋਰਮੇਸ਼ਨ ਸੀ ਕਰਦਾ ਹੈ, ਤੁਸੀਂ ਬੜੀ ਆਪੱਤੀ ਕੀਤੀ ਕਿ ਚੀਫ ਮਿਨਿਸਟਰ ਵਾਸਤੇ ਬੜੀ ਭਾਸ਼ਾ ਇਸਤੇਮਾਲ ਕੀਤੀ ਹੈ ਜੀ। ਕਿਆ ਮੁੱਖ ਮੰਤਰੀ ਗਵਰਨਰ ਦੀ ਚਿੱਠੀਆਂ ਨੂੰ ਲਵ ਲੈਟਰ ਕਵੇ, ਇਹ ਸ਼ੋਭਾ ਦਿੰਦਾ ਹੈ? ਠੀਕ ਹੈ, ਚਲੋ ਆਪਾਂ ਜਵਾਬ ਲੈ ਲੈਣੇ ਆ ਸਰ। ਇਸ ਦੇ ਉੱਤੇ ਬਹੁਤ ਗੱਲ ਹੋ ਚੁੱਕੀ ਹੈ, ਮੈਂ ਇਸ ਕਰਕੇ ਕਹਿ ਰਿਹਾ ਕਿ ਆਪਾਂ ਬਹੁਤ ਵਾਰ ਡਿਬੇਟ ਕੀਤੀ ਹੈ। ਆਪਾਂ ਇੱਥੇ ਅੱਜ ਕੋਈ ਨਾ ਕੋਈ ਗੱਲ ਲੋਕਾਂ ਤੱਕ ਪਹੁੰਚ ਸਕੇ। ਜਿਹੜਾ ਤੁਸੀਂ ਪੁਆਇੰਟ ਕਿਹਾ ਨਾ ਬਹੁਤ ਵੈਲਿਡ ਹੈ। ਨਹੀਂ ਤੁਹਾਡਾ ਥੋੜਾ ਸੰਗੇੜਾ ਸਾਹਿਬ ਵੇਟ ਕਰਿਓ। ਸਾਡੇ ਨਾਲ ਅਮਨ ਤਲਵਾਰ ਜੀ ਜੁੜ ਚੁੱਕੇ ਨੇ, ਸੀਨੀਅਰ ਵਕੀਲ ਨੇ, ਉਹਨਾਂ ਤੋਂ ਵੀ ਥੋੜਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਲਵਾਰ ਸਾਹਿਬ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਹੁਣ ਸਮਝਣਾ ਚਾਹਾਂਗੇ, ਲੋਕ ਜਿਹੜੇ ਦਰਸ਼ਕ ਨੇ ਸਮਝਣਾ ਚਾਹੁੰਦੇ ਹੋਣਗੇ ਕਿ ਸੈਸ਼ਨ ਕੰਟੀਨਿਊਟੀ ਦੇ ਵਿੱਚ ਕਦੋਂ ਬੁਲਾਇਆ ਜਾ ਸਕਦਾ ਹੈ। ਸਰੀਨ ਸਾਹਿਬ ਬੀਜੇਪੀ ਦੇ ਸਾਡੇ ਨਾਲ ਪ੍ਰਵਕਤਾ ਬੈਠੇ ਨੇ, ਉਹਨਾਂ ਦੇ ਵੱਲੋਂ ਤਰਕ ਦਿੱਤਾ ਗਿਆ ਕਿ ਜਦੋਂ ਬਜਟ ਸੈਸ਼ਨ ਖਤਮ ਹੋਇਆ ਤਾਂ ਉਸ ਸਮੇਂ ਸਪੀਕਰ ਸਾਹਿਬ ਦੇ ਵੱਲੋਂ ਐਡਜਰਨ ਨਹੀਂ ਕਿਹਾ ਗਿਆ ਸੀ ਕਿ ਸੈਸ਼ਨ ਐਡਜਰਨ ਕਰ ਰਹੇ ਹਾਂ ਅਸੀਂ, ਤਾਂ ਉਹਨਾਂ ਨੇ ਜੇ ਐਡਜਰਨ ਨਹੀਂ ਕਿਹਾ ਤਾਂ ਫਿਰ ਉਹ ਕੰਟੀਨਿਊਟੀ ਦੇ ਵਿੱਚ ਨਹੀਂ ਬੁਲਾਇਆ ਜਾ ਸਕਦਾ। ਜਿੰਨੀ ਕਿ ਮੈਂ ਨੌਲੇਜ ਰੱਖਦਾ ਕਿ ਆਮ ਤੌਰ ਤੇ ਸੈਸ਼ਨ ਦਾ ਜਿਹੜਾ ਆਖਰੀ ਦਿਨ ਹੁੰਦਾ ਜਦੋਂ ਖਤਮ ਹੁੰਦਾ ਤਾਂ ਸਪੀਕਰ ਸੈਸ਼ਨ ਨੂੰ ਸੈਨੇਡਾਈ ਕਰਦੇ ਨੇ, ਮਤਲਬ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਜਾਂਦਾ ਹੈ। ਕੀ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰਨ ਤੋਂ ਬਾਅਦ ਕੋਈ ਕੰਟੀਨਿਊਟੀ ਨਹੀਂ ਦਿਖਾਈ ਜਾ ਸਕਦੀ? ਕੀ ਕੁਝ ਕਹਿੰਦਾ ਸਾਡਾ ਸੰਵਿਧਾਨ, ਜੇਕਰ ਤੁਸੀਂ ਚਾਨਣਾ ਪਾ ਸਕਦੇ? ਦੇਖੋ ਜੀ, ਇਸ ਮੁੱਦੇ ਤੇ ਜਿਹੜਾ ਇੱਕ ਤਾਂ ਫੈਕਚੁਅਲ ਜਿਹੜੀ ਐਕਚੁਅਲ ਫੈਕਟ ਹੈਗਾ ਉਹ ਹਾਲੇ ਤੱਕ ਕਲੀਅਰ ਨਹੀਂ ਹੈਗਾ ਕਿ ਇਹ ਸੈਸ਼ਨ ਉਹਦੇ ਬਾਅਦ ਐਡਜਰਨ ਸਾਈਨਡ ਕੀਤਾ ਗਿਆ ਸੀ ਜਾਂ ਨਹੀਂ ਕੀਤਾ ਗਿਆ ਸੀ। ਇੱਕ ਤਾਂ ਡਿਸਪਿਊਟ ਉਹਦੇ ਤੇ ਹੀ ਰੇਜ਼ ਕੀਤਾ ਜਾ ਰਿਹਾ ਤੇ ਜੇਕਰ ਇਹ ਸੈਸ਼ਨ ਨੂੰ ਐਡਜਰਨ ਕਰਤਾ ਗਿਆ ਸੀਗਾ ਦੈਨ ਦੁਬਾਰਾ ਸੈਸ਼ਨ ਬੁਲਾਉਣ ਵਾਸਤੇ ਉਹ ਕਹਿੰਦੇ ਨੇ ਕਿ ਜਿਹੜਾ 177 ਦੀ ਪ੍ਰੋਵੀਜ਼ਨਸ ਨੇ ਉਹਨਾਂ ਨੂੰ ਦੁਬਾਰਾ ਫੋਲੋ ਕਰਨਾ ਪੈਂਦਾ ਹੈ ਜੀ, ਤੇ ਉਹ ਫੋਲੋ ਨਹੀਂ ਹੋਈਆਂ ਨੇ। ਹੁਣ ਇਹ ਜਿਹੜਾ ਡਿਸਪਿਊਟ ਹੈ ਫੈਕਚੁਅਲ ਡਿਸਪਿਊਟ ਹੋ ਗਿਆ। ਜਦ ਤੱਕ ਇਹ ਫੈਕਚੁਅਲ ਡਿਸਪਿਊਟ ਨੂੰ ਰਿਜ਼ੋਲਵ ਨਹੀਂ ਕੀਤਾ ਜਾਏਗਾ ਇੱਕ ਡੈਡਲੌਕ ਆ ਜਾਏਗਾ ਦੋਨਾਂ ਦੇ ਵਿੱਚ। ਹੁਣ ਜਿਹੜੀ ਮੈਂ ਤੁਸੀਂ ਮੈਨੂੰ ਜਿਹੜੀ ਬਰੀਫਿੰਗ ਦਿੱਤੀ ਸੀ ਪਹਿਲਾ ਮੈਟਰ ਤੋਂ, ਉਹਦੇ ਨਾਲ ਇਹ ਲੱਗਦਾ ਹੈ ਕਿ ਜਿਹੜਾ 167 ਦਾ ਮੁੱਦਾ ਹੈ, ਜਿਹੜਾ ਚੀਫ ਮਿਨਿਸਟਰ ਦੀ ਡਿਊਟੀ ਹੈ ਕਿ ਗਵਰਨਰ ਸਾਹਿਬ ਨੂੰ ਸਾਰੀ ਇਨਫੋਰਮੇਸ਼ਨ ਫਰਨਿਸ਼ ਕਰਨਾ ਰਿਗਾਰਡਿੰਗ ਪ੍ਰਪੋਜ਼ਡ ਲੈਜਿਸਲੇਸ਼ਨਸ, ਰਿਗਾਰਡਿੰਗ ਮੈਟਰਸ ਆਫ ਗਵਰਨੈਂਸ, ਉਹ ਮੁੱਦਾ ਜਿਹੜਾ ਹੈ ਉਹ ਮੁੱਦਾ ਮਿਕਸ ਹੋ ਰਿਹਾ ਹੈ। ਜਿਹੜੀ ਪ੍ਰੈਜ਼ੀਡੈਂਟ ਸਾਹਿਬ ਦੀ ਅਸੈਂਟ ਆਣੀ ਹੈ ਉਹਨਾਂ ਕਾਨੂੰਨਾਂ ਤੇ ਜਿਹੜੇ ਆਲਰੇਡੀ ਪਾਸ ਹੋ ਚੁੱਕੇ ਨੇ। ਇਹ ਦੋਨੋਂ ਮੁੱਦੇ ਜਿਹੜੇ ਨੇ ਇਹ ਵੱਖ-ਵੱਖ ਮੁੱਦੇ ਨੇ। ਇਹ ਵੱਖ-ਵੱਖ ਮੁੱਦਿਆਂ ਨੂੰ ਵਿਚਕਾਰ 174 ਦੇ ਵਿੱਚ ਲਿਆ ਕੇ ਫਸਾਇਆ ਨਹੀਂ ਜਾ ਸਕਦਾ। ਇੱਥੇ ਇੱਕ ਕਲੈਰਿਟੀ ਦੇਣੀ ਪਏਗੀ, ਜਾਂ ਤਾਂ ਉਹ ਲੈਜਿਸਲੇਸ਼ਨਸ ਨੂੰ ਰਿਜੈਕਟ ਕਰਤਾ ਜਾਏ ਕਿ ਉਹ ਪ੍ਰੋਪਰਲੀ ਕਨਵੀਨਡ ਸੈਸ਼ਨ ਦੇ ਵਿੱਚ ਨਹੀਂ ਆਏ ਨੇ ਅਕੋਰਡਿੰਗ ਟੂ ਸੈਕਸ਼ਨ 170 ਆਰਟੀਕਲ 174 ਆਫ ਦੀ ਕਨਸਟੀਟਿਊਸ਼ਨ, ਜਾਂ ਤਾਂ ਉਹ ਰਿਜੈਕਟ ਕਰਤੇ ਜਾਣ ਜਾਂ ਉਹਨਾਂ ਨੂੰ ਅੱਗੇ ਕੰਸੀਡਰ ਕਰ ਲਿਆ ਜਾਏ ਆਰਟੀਕਲ 200 ਦੀ ਪ੍ਰੋਵੀਜ਼ਨਸ ਦੇ ਅਕੋਰਡਿੰਗਲੀ। ਜਿਹੜਾ 167 ਦਾ ਮੈਂਡੇਟ ਹੈ ਉਹ ਤਾਂ ਸੁਪਰੀਮ ਕੋਰਟ ਕਲੀਅਰ ਕਰ ਹੀ ਚੁੱਕਿਆ। ਪੰਜਾਬ ਸਰਕਾਰ ਆਪ ਗਈ ਸੀ ਸੁਪਰੀਮ ਕੋਰਟ ਕੋਲ, ਆਨਰੇਬਲ ਸੁਪਰੀਮ ਕੋਰਟ ਨੇ ਉੱਥੇ ਉਹਨਾਂ ਨੂੰ ਐਡਵਾਈਜ਼ ਕੀਤਾ ਹੈ ਕਿ ਤੁਸੀਂ ਯੂ ਹੈਵ ਟੂ ਗਿਵ ਆਲ ਆਫ ਦਿਸ ਇਨਫੋਰਮੇਸ਼ਨ ਵਿਚ ਦ ਗਵਰਨਰ ਸੀਕਸ ਬਿਕਾਜ਼ ਦੀ ਗਵਰਨਰ ਹੈਜ਼ ਦ ਰਾਈਟ ਟੂ ਸੀਕ ਇਟ ਅੰਡਰ ਆਰਟੀਕਲ 167। ਤੇ ਕਾਨੂੰਨ ਦੇ ਵਿੱਚ ਕੋਈ ਇੱਥੇ ਲੂਪ ਹੋਲ ਨਹੀਂ ਹੈ। ਇਟ ਇਜ਼ ਓਨਲੀ ਦੀ ਇੰਟੈਂਸ਼ਨ ਆਫ ਦੀ ਪਾਰਟੀਜ਼ ਐਸ ਟੂ ਹਾਊ ਦੇ ਆਰ ਆਪਰੇਟਿੰਗ ਥੀਸ ਪ੍ਰੋਵੀਜ਼ਨਸ।
ਤੇ ਬੋਨਾਫਾਈਡਲੀ ਜੇ ਪ੍ਰੋਵੀਜ਼ਨਸ ਨੂੰ ਇੰਪਲੀਮੈਂਟ ਕੀਤਾ ਜਾਏ ਤੇ ਕੋਈ ਪ੍ਰੋਬਲਮ ਨਹੀਂ ਹੈ। ਇੱਥੇ 167 ਦੇ ਅੰਦਰ ਜਿਹੜੀ ਇਨਫੋਰਮੇਸ਼ਨ ਚੀਫ ਮਿਨਿਸਟਰ ਸਾਹਿਬ ਤੋਂ ਮੰਗੀ ਜਾ ਰਹੀ ਹੈ ਉਹ ਮੈਂਡੇਟਰੀ ਹੈ ਗਵਰਨਰ ਸਾਹਿਬ ਨੂੰ ਦੇਣੀ। ਜਿਹੜਾ ਸੈਸ਼ਨ 174 ਦੇ ਅਕੋਰਡਿੰਗਲੀ ਬੁਲਾਇਆ ਜਾ ਰਿਹਾ ਉਹ ਸੈਸ਼ਨ ਉਹ ਕਨਵੀਨ ਹੋ ਚੁੱਕਿਆ ਹੈ, ਉਹ ਵੈਲਿਡ ਸੈਸ਼ਨ ਹੈ। ਇੱਕ ਵਾਰੀ ਜਿਹੜਾ ਸਟੈਟਿਊਟ ਪਾਸ ਹੋ ਗਿਆ ਉਹ ਆਰਟੀਕਲ 200 ਚ ਗਵਰਨਰ ਸਾਹਿਬ ਕੋਲ ਭੇਜਤਾ ਗਿਆ, ਉਹ ਗਵਰਨਰ ਸਾਹਿਬ ਨੇ ਉਹ 200 ਜਾਂ 201 ਦੀ ਪ੍ਰੋਵੀਜ਼ਨਸ ਦੇ ਅਕੋਰਡਿੰਗਲੀ ਡੀਲ ਕਰਨਾ ਹੈ। ਜਾਂ ਤਾਂ ਉਹ ਉਹਦੇ ਤੇ ਆਪਣੇ ਕਮੈਂਟ ਦੇ ਕੇ ਵਾਪਸ ਭੇਜ ਦੇਣ ਗਵਰਨਮੈਂਟ ਨੂੰ, ਜਾਂ ਉਹਨੂੰ ਲਾਅ ਬਣਾ ਦੇਣ, ਜਾਂ ਉਹ ਪ੍ਰੈਜ਼ੀਡੈਂਟ ਸਾਹਿਬ ਕੋਲ ਭੇਜ ਦੇਣ ਫॉर ਕੰਸੀਡਰੇਸ਼ਨ, ਫਿਰ ਵਾਪਸ ਆਉਂਦਾ ਤਾਂ ਕਮੈਂਟਸ ਨਾਲ ਗਵਰਨਮੈਂਟ ਕੋਲ ਭੇਜ ਦੇ। ਇਹ ਜਿਹੜਾ ਫਲੋ ਹੈ ਕਨਸਟੀਟਿਊਸ਼ਨ ਚ ਬੜਾ ਵੈਲ ਐਸਟੈਬਲਿਸ਼ਡ ਹੈ। ਇਸ ਮੁੱਦੇ ਦੇ ਵਿੱਚ ਨਾ ਹੀ ਪੰਜਾਬ ਸਰਕਾਰ ਫੋਲੋ ਕਰ ਰਹੀ ਹੈ ਪ੍ਰੋਵੀਜ਼ਨਸ ਨੂੰ, ਨਾ ਹੀ ਗਵਰਨਰ ਸਾਹਿਬ ਦੇ ਵੱਲੋਂ ਅੱਜ ਤੱਕ ਆਰਟੀਕਲ 200 ਦੇ ਅਕੋਰਡਿੰਗਲੀ ਕੋਈ ਕਮੈਂਟ ਆਇਆ ਹੈ ਸਰਕਾਰ ਲੈਜਿਸਲੇਚਰ। ਠੀਕ ਹੈ, ਮਤਲਬ ਗੱਲ ਹੋਈ ਹੈ, ਮੈਂ ਸਟਾਰਟਿੰਗ ਦੇ ਵਿੱਚ ਇਹੀ ਜ਼ਿਕਰ ਕਰ ਰਿਹਾ ਸੀ ਇਨਫੈਕਟ ਕਿ ਇੱਕ ਪਾਸੇ ਹੈ ਕਿ ਜੋ ਇਨਫੋਰਮੇਸ਼ਨ ਦੇਣੀ ਹੋਏਗੀ ਗਵਰਨਰ ਨੂੰ ਸਰਕਾਰ ਦੇ ਵੱਲੋਂ ਇੱਕ ਬਿਲਕੁਲ ਡਿਫਰੈਂਟ, ਕੰਪਲੀਟਲੀ ਡਿਫਰੈਂਟ ਇੱਕ ਇਸ਼ੂ ਨਜ਼ਰ ਆ ਰਿਹਾ, ਤੇ ਦੂਜਾ ਸੈਸ਼ਨ ਸੱਦਣ ਦੇ ਉੱਤੇ ਪਰਮਿਸ਼ਨ ਦੀ ਜ਼ਰੂਰਤ ਹੈ ਨਹੀਂ ਹੈ। ਜੋ ਸੈਸ਼ਨ ਸੱਦਿਆ ਗਿਆ ਸੀ ਉਸ ਸਮੇਂ ਪਰਮਿਸ਼ਨ ਜ਼ਰੂਰਤ ਸੀ ਨਹੀਂ ਸੀ, ਉਹ ਇੱਕ ਕੰਪਲੀਟਲੀ ਡਿਫਰੈਂਟ ਹੈ। ਸੰਘੇੜਾ ਸਾਹਿਬ ਦਾ ਰਿਐਕਸ਼ਨ ਲਵਾਂਗਾ, ਪਰ ਪਹਿਲਾਂ ਭੁੱਲਰ ਜੀ ਕੁਝ ਕਹਿਣਾ ਚਾਹ ਰਹੇ ਸੀ। ਸਰਜੀਤ ਭੁੱਲਰ ਜੀ। ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਗੌਰਵ ਜੀ ਕਿ ਬੜੀ ਮੰਦਭਾਗੀ ਗੱਲ ਹੈ ਕਿ ਸੀਐਮ ਸਾਹਿਬ ਪੂਰੇ ਹਿੰਦੁਸਤਾਨ ਦਾ ਦੌਰਾ ਤੇ ਕੇਜਰੀਵਾਲ ਸਾਹਿਬ ਤੇ ਸਾਰੀ ਜੋ ਲਾਣੇ ਬਾਣੇ ਨੂੰ ਲੈ ਕੇ ਤੇ ਘੁੰਮ ਰਹੇ ਨੇ। ਆ ਗਵਰਨਰ ਹਾਊਸ ਤੇ ਤੁਰ ਕੇ ਵੀ ਚਲੇ ਜਾਣ ਤੇ 10 ਮਿੰਟ ਦਾ ਰਸਤਾ ਨਹੀਂ ਹੈਗਾ। ਤੇ ਜੇ ਆਪਾਂ ਇਸ ਚੀਜ਼ ਨੂੰ ਸਾਰਿਆਂ ਨੂੰ ਕੂਲ ਡਾਊਨ ਕਰਨਾ ਹੋਵੇ, ਇਹ ਸਾਰਾ ਜਿਹੜਾ ਭਮਲ ਗੁੱਸਾ ਪਾਇਆ ਜਾ ਰਿਹਾ ਲੋਕਾਂ ਦੇ ਵਿੱਚ, ਇੱਕ ਜਿਹੜਾ ਹੈਗਾ ਰੋਜ਼ ਹੀ ਇੱਕ ਡਿਸਕਸ਼ਨ ਦਾ ਪਾਰਟ ਬਣਾਇਆ ਜਾ ਰਿਹਾ ਹੈ। ਅਗਰ ਅਸੀਂ ਪੰਜਾਬ ਦੇ ਹਿੱਤਾਂ ਦੇ ਵਾਸਤੇ ਕੁਝ ਕਰਨਾ ਹੋਵੇ ਤੇ ਮੁੱਖ ਮੰਤਰੀ ਸਾਹਿਬ ਨੂੰ ਕੋਈ ਫਰਕ ਨਹੀਂ ਪੈਂਦਾ ਅਗਰ 200 ਰੁਪਏ ਦਾ ਇੱਕ ਬੁੱਕੇ ਲੈ ਕੇ ਤੇ ਗਵਰਨਰ ਸਾਹਿਬ ਨੂੰ ਜਾ ਕੇ ਮਿਲ ਆਉਣ, ਇੱਕ ਮੀਟਿੰਗ ਕਰ ਲੈਣ ਰਾਊਂਡ ਟੇਬਲ, ਔਰ ਸਾਰੇ ਜਿਹੜੇ ਆਪਸ ਵਿੱਚ ਇੱਕ ਜਿਹਨੂੰ ਕਹਿੰਦੇ ਗਿਲੇ ਸ਼ਿਕਵੇ ਨੇ ਇਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ। ਇਹਦੇ ਨਾਲ ਘੱਟੋ ਘੱਟ ਪੰਜਾਬ ਦਾ ਤੇ ਭਲਾ ਹੋਏਗਾ। ਲੇਕਿਨ ਜਿਹੜੀਆਂ ਇਹ ਚੀਜ਼ਾਂ ਕਰ ਰਹੇ ਨੇ ਇਹਦੇ ਨਾਲ ਪੰਜਾਬ ਦਾ ਤੇ ਕੋਈ ਭਲਾ ਨਹੀਂ ਹੋ ਰਿਹਾ। ਪੰਜਾਬ ਦੇ ਵਿੱਚ ਫਲੱਡ ਆਏ ਨੇ, ਉਹਦੇ ਵਾਸਤੇ ਤੇ ਕੁਝ ਮੰਗਿਆ ਨਹੀਂ ਜਾ ਰਿਹਾ ਵੀ ਹਾਂ ਫਲੱਡ ਆਏ ਨੇ, ਲੋਕਾਂ ਦੀ ਬਰਬਾਦੀ ਹੋਈ ਹੈ, ਉਹਦੇ ਵਾਸਤੇ ਸਾਨੂੰ ਕੁਝ ਜਿਹੜਾ ਹੈਗਾ ਮੁਆਵਜ਼ਾ ਦਿੱਤਾ ਜਾਵੇ, ਉਹਦੇ ਬਾਰੇ ਕੋਈ ਡਿਸਕਸ਼ਨ ਨਹੀਂ ਹੈਗੀ। ਹਾਂ, ਗਵਰਨਰ ਸਾਹਿਬ ਦੀ ਪਾਵਰ ਉਦੋਂ ਜ਼ਰੂਰ ਜ਼ਿਆਦਾ ਆ ਜਾਂਦੀ ਹੈ ਜਦੋਂ ਚੰਡੀਗੜ੍ਹ ਜਾਂ ਮੋਹਾਲੀ ਦੇ ਵਿੱਚ ਆਪਣੇ ਦਫ਼ਤਰ ਵਾਸਤੇ ਜਗ੍ਹਾ ਮੰਗਣੀ ਹੁੰਦੀ ਹੈ, ਉਦੋਂ ਗਵਰਨਰ ਸਾਹਿਬ ਨੂੰ ਜ਼ਰੂਰ ਚਿੱਠੀ ਲਿਖੀ ਜਾਂਦੀ ਹੈ। ਗਵਰਨਰ ਸਾਹਿਬ ਦੀ ਜਿਹੜੇ ਸੰਵਿਧਾਨ ਦੇ ਵਿੱਚ ਪਾਵਰਾਂ ਹੈਗੀਆਂ ਉਹ ਯਾਦ ਆ ਜਾਂਦੀਆਂ ਨੇ। ਅਦਰਵਾਈਜ਼ ਤੁਸੀਂ ਗਵਰਨਰ ਸਾਹਿਬ ਨੂੰ ਟਿੱਚ ਨਹੀਂ ਸਮਝਣਾ ਚਾਹੁੰਦੇ, ਗਵਰਨਰ ਸਾਹਿਬ ਦੀ ਪਾਵਰ ਨੂੰ ਤੁਸੀਂ ਪ੍ਰਵਾਹ ਨਹੀਂ ਮਾਰਨਾ ਚਾਹੁੰਦੇ। ਮੇਰੀ ਇਹ ਸੰਘੇੜਾ ਸਾਹਿਬ ਨੂੰ ਗੁਜ਼ਾਰਿਸ਼ ਹੈ, ਆਮ ਆਦਮੀ ਪਾਰਟੀ ਦਾ ਤਰਕ ਇਹ ਹੈ, ਆਮ ਆਦਮੀ ਪਾਰਟੀ ਦਾ ਤਰਕ ਇਹ ਹੈ ਕਿ ਇਹ ਸਿਰਫ ਇੱਕ ਸਟੇਟ ਦੀ ਗੱਲ ਨਹੀਂ, ਜਿੱਥੇ ਵੀ ਗੈਰ ਬੀਜੇਪੀ ਸਰਕਾਰ ਹੈ ਉੱਥੇ ਗਵਰਨਰ ਇਸ ਤਰੀਕੇ ਨਾਲ ਹੀ ਰਿਐਕਟ ਕਰਦਾ ਹੈ। ਗੌਰਵ ਜੀ, ਪੰਜਾਬ ਦੇ ਵਿੱਚ ਬਹੁਤ ਮਾੜਾ ਸਮਾਂ ਵੀ ਦੇਖਿਆ ਸੀ ਔਰ ਸਰਕਾਰਾਂ ਆਉਂਦੀਆਂ ਰਹੀਆਂ ਨੇ, ਜਾਂਦੀਆਂ ਰਹੀਆਂ ਨੇ, ਕਾਂਗਰਸ ਦੀਆਂ ਵੀ ਆਈਆਂ, ਉੱਪਰ ਬੀਜੇਪੀ ਦੀਆਂ ਵੀ ਆਈਆਂ, ਇੱਥੇ ਮੁੱਖ ਮੰਤਰੀ ਅਲੱਗ-ਅਲੱਗ ਵੀ ਰਹੇ, ਚਾਹੇ ਉਹ ਕੈਪਟਨ ਸਾਹਿਬ ਰਹੇ ਹੋਣ, ਚਾਹੇ ਸਾਡਾ ਪ੍ਰਕਾਸ਼ ਸਿੰਘ ਬਾਦਲ ਰਹੇ ਹੋਣ। ਉਹਨਾਂ ਨੇ ਇੱਕ ਰਾਬਤਾ ਬਣਾ ਕੇ ਰੱਖਿਆ, ਕਿਤੇ ਮਾੜੀ ਮੋਟੀ ਜਿਹੀ ਕੜਤਨ ਆਈ ਹੈ ਤਾਂ ਉਹਨੂੰ ਔਨ ਟੇਬਲ ਜਿਹੜਾ ਹੈਗਾ ਡਿਸਕਸ ਕਰਕੇ ਖਤਮ ਕਰ ਲਿਆ ਗਿਆ। ਇਹਨਾਂ ਵੱਲੋਂ ਤਮਾਸ਼ਾ ਨਹੀਂ ਬਣਾਇਆ ਗਿਆ ਘੱਟੋ ਘੱਟ ਕਿ ਰੋਜ਼ ਤਮਾਸ਼ਾ ਨਵਾਂ ਕਰਕੇ ਤੇ ਲੋਕਾਂ ਨੂੰ ਐਵੇਂ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰਨਾ। ਜਿਹੜੇ ਐਕਚੁਅਲ ਮੁੱਦੇ ਨੇ ਪੰਜਾਬ ਦੇ, ਚਾਹੇ ਉਹ ਡਰੱਗਸ ਦੇ ਨੇ, ਚਾਹੇ ਅੱਜ ਫਲੱਡ ਆਏ ਨੇ ਉਹ ਮੁੱਦੇ ਨੇ, ਜਿਹੜਾ 1000 ਰੁਪਇਆ ਦੇਣਾ ਸੀ ਉਹ ਮੁੱਦਾ ਹੈ, ਜਿਹੜਾ ਅੱਜ ਨੌਕਰੀਆਂ ਦੇਣੀਆਂ ਸੀ ਉਹ ਮੁੱਦਾ ਹੈ, ਜਿਹੜੇ ਉਹ ਮੁੱਦੇ ਨੇ ਉਹਨਾਂ ਤੋਂ ਧਿਆਨ ਹਟਾ ਕੇ ਇਹ ਸਿਰਫ ਔਰ ਸਿਰਫ ਨੌਟੰਕੀ ਵਾਲੀ ਜਿਹੜੀ ਹੈ ਉਹ 'ਚ ਲੱਗੇ ਹੋਏ ਨੇ। ਗੌਰਵ ਜੀ, ਭੁੱਲਰ ਸਾਹਿਬ, ਸਾਰੇ ਮੁੱਦਿਆਂ ਤੇ ਕੰਮ ਹੋ ਰਿਹਾ ਆ, ਸਾਰੇ ਮੁੱਦਿਆਂ ਤੇ ਕੰਮ ਹੋ ਰਿਹਾ ਹੈ, ਕੋਈ ਧਿਆਨ ਭਟਕਾਉਣ ਦੀ ਗੱਲ ਨਹੀਂ ਹੈ, ਕੋਈ ਮੁੱਦਿਆਂ ਤੋਂ ਪਾਸੇ ਜਾਣ ਦੀ ਗੱਲ ਨਹੀਂ ਹੈ। ਸੰਘੇੜਾ ਸਾਹਿਬ ਆਪਾਂ ਹਾਂਜੀ ਗੌਰਵ ਜੀ, ਬਹੁਤ ਸੋਹਣਾ ਸੁਝਾਅ ਦਿੱਤਾ ਭੁੱਲਰ ਸਾਹਿਬ ਨੇ, ਭੁੱਲਰ ਸਾਹਿਬ ਨੇ ਬਹੁਤ ਸੋਹਣਾ ਸੁਝਾਅ ਦਿੱਤਾ, ਪਰ ਗੱਲ ਇਹਦੀ ਭੁੱਲਰ ਸਾਹਿਬ ਨਹੀਂ ਹੈਗੀ। ਜੇ ਮੁੱਖ ਮੰਤਰੀ ਸਾਹਿਬ ਨੇ ਸੰਘੇੜਾ ਸਾਹਿਬ ਦੇਖੋ ਤਰਕ ਪਤਾ ਕੀ ਹੈ, ਤੁਸੀਂ ਬੀਜੇਪੀ ਦੇ ਉੱਤੇ ਇਲਜ਼ਾਮ ਲਗਾਉਂਦੇ ਹੋ, ਪਰ 2017 ਤੋਂ 2022 ਤੱਕ ਕਾਂਗਰਸ ਦੀ ਸਰਕਾਰ ਸੀ, ਸੈਂਟਰ 'ਚ ਬੀਜੇਪੀ ਦੀ ਸਰਕਾਰ ਸੀ। ਭੁੱਲਰ ਜੀ ਉਹੀ ਗੱਲ ਕਹਿ ਰਹੇ ਨੇ, ਕਹਿੰਦੇ ਦੇਖੋ ਉੱਥੇ ਪ੍ਰਧਾਨ ਮੰਤਰੀ ਵੱਖਰੀ ਪਾਰਟੀ ਦੇ, ਪੰਜਾਬ ਦੇ ਵਿੱਚ ਮੁੱਖ ਮੰਤਰੀ ਵੱਖਰੀ ਪਾਰਟੀ ਦੇ, ਕਹਿੰਦੇ ਇਸ ਤਰੀਕੇ ਦੀ ਸਿਚੁਏਸ਼ਨ ਪਹਿਲਾਂ ਨਹੀਂ ਬਣੀ, ਥੋੜੀ ਬਹੁਤ ਕੜਤਨ ਹੁੰਦੀ ਸੀ ਪਰ ਗੱਲ ਫਿਰ ਵੀ ਰਾਬਤਾ ਚੰਗਾ ਹੀ ਹੁੰਦਾ ਸੀ। ਮੈਂ ਕਹਿੰਦਾ ਭੁੱਲਰ ਸਾਹਿਬ ਨੇ ਸਟੇਸ਼ਨ ਵਧੀਆ ਦਿੱਤਾ, ਬਟ ਵਰਕੇਬਲ ਨਹੀਂ ਹੈ। ਭੁੱਲਰ ਸਾਹਿਬ ਤੁਹਾਨੂੰ ਵੀ ਪਤਾ ਹੈ ਕਿ ਗਵਰਨਰ ਸਾਹਿਬ ਐਜ਼ ਗਵਰਨਰ ਕੰਮ ਨਹੀਂ ਕਰ ਰਿਹਾ, ਆਪਣੀ ਮਰਜ਼ੀ ਨਾਲ ਕੰਮ ਨਹੀਂ ਕਰ ਰਿਹਾ। ਨਾਲੇ ਇਹ ਵੀ ਗੱਲ ਗੌਰਵ ਦੀ ਗਲਤ ਹੈ ਕਿ ਉਸ ਵੇਲੇ ਕੋਈ ਨਹੀਂ ਗੜਬੜ ਹੋਈ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਆਰਡੀਐਫ ਰੁਕਿਆ ਗਿਆ, ਉਦੋਂ ਵੀ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰਦੀ ਰਹੀ ਆ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਤਾਂ ਕਰਨਾ ਹੀ ਕਰਨਾ ਇਹਨਾਂ ਨੇ। ਮੈਂ ਕਈ ਵਾਰੀ ਸੀਟ ਸਾਹਿਬ ਨੂੰ ਪੁੱਛ ਚੁੱਕਾ ਹਾਂ
ਕਿ ਆਰਡੀਐਫ ਕਿਉਂ ਰੁਕਿਆ, ਉਹ ਕਿਹੜੇ ਆਰਟੀਕਲ ਥੱਲੇ ਰੁਕਿਆ। ਜੇ ਉਹ ਇੱਥੇ ਨਹੀਂ ਜਵਾਬ ਦੇਣਾ ਚਾਹੁੰਦੇ ਪਬਲਿਕ ਦੇ ਸਾਹਮਣੇ, ਤਕਲੀਫ ਇਸੇ ਚੀਜ਼ ਦੀ ਹੈ ਨਾ ਸੰਗੇੜਾ ਸਾਹਿਬ ਕਿ ਦਿੱਲੀ 'ਚ ਲੱਗੀ ਅੱਗ ਨਾਲ ਆਪਣਾ ਘਰ ਫੁੱਕੀ ਜਾਂਦੇ ਹੋ ਤੁਸੀਂ। ਜਿਹੜੀ ਅੱਗ ਤੁਹਾਡੀ ਦਿੱਲੀ 'ਚ ਲੱਗੀ ਆ ਉਹੀ ਅੱਗ ਨਾਲ ਤੁਸੀਂ ਪੰਜਾਬ ਫੁੱਕਣਾ ਚਾਹੁੰਦੇ ਹੋ। ਗੱਲ ਤਾਂ ਇਹੀ ਹੈ ਜਿਹੜੀ ਕੇਜਰੀਵਾਲ ਦੇ ਘਰ 'ਚ ਅੱਗ ਲੱਗੀ ਹੋਈ ਹੈ, ਜਿਹੜੀ ਕੇਜਰੀਵਾਲ ਜਿਹੜਾ ਅੱਗ ਸੇਕ ਰਿਹਾ ਹੈ, ਬਹੁਤ ਘੱਟ ਹੈ ਸਰ, ਉਹਨੂੰ ਤੁਸੀਂ ਪੰਜਾਬ ਨੂੰ ਖਾਦੇ ਚਾਹੁੰਦੇ ਹੋ, ਪੰਜਾਬ ਨੂੰ ਫੁੱਕਣਾ ਚਾਹੁੰਦੇ ਹੋ ਉਹਦੇ ਨਾਲ। ਸਰੀਨ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ, ਮੈਂ ਇੱਕ ਛੋਟਾ ਕਮੈਂਟ ਲੈਣਾ ਸਾਰਿਆਂ ਤੋਂ। ਸਰੀਨ ਸਾਹਿਬ ਠੀਕ ਹੈ, ਸੰਗੜਾਈ ਤੁਹਾਡੀ ਗੱਲ ਆ ਗਈ, ਤੁਸੀਂ ਕਹਿ ਰਹੇ ਹੋ ਕਿ ਉਸ ਸਮੇਂ ਵੀ ਸਥਿਤੀ ਇਸ ਤਰੀਕੇ ਦੀ ਬਣਦੀ ਸੀ ਜੀ। ਜਿਹੜਾ ਉਹ ਕਹਿੰਦਾ ਵੀ ਮੁਲਕੀ ਹੋਇਆ, ਦੂਸਰਾ ਉਹਨਾਂ ਨੇ ਕਲੀਅਰ ਕਰ ਦਿੱਤਾ ਹੈ। ਈਵਨ ਜੇ ਕੜੀ ਨਾਲ ਕੜੀ ਨਹੀਂ ਹੁੰਦੀ ਉਹਦੇ ਬੇਸ ਤੇ ਬਿੱਲ ਨਹੀਂ ਇਹ ਗਲਤ ਹੋ ਸਕਦੇ। ਬਿੱਲਾਂ ਬਾਰੇ ਜਾਂ ਮੇਰੇ ਗਵਰਨਰ ਸਾਹਿਬ ਨੇ ਪਾਸ ਕਰਨਾ ਹੈ ਜਾਂ ਵਾਪਸ ਭੇਜਣਾ ਹੈ। ਇੱਕ ਵਾਰੀ ਵਾਪਸ ਭੇਜ ਸਕਦੇ ਠੀਕ ਹੈ ਸਰ, ਥੋੜੇ ਟਾਈਮ ਦਿਓ, ਇੱਕ ਵਾਰੀ ਪਿੱਛੇ ਸਮਾਂ ਬਹੁਤ ਘੱਟ ਹੈ ਆਪਣੇ ਕੋਲ। ਸਰੀਨ ਸਾਹਿਬ ਗੌਰਵ ਜੀ, ਸੰਘੇੜਾ ਸਾਹਿਬ ਕਹਿ ਰਹੇ ਸੀ ਕਿ ਗਵਰਨਰ ਬਾਰੇ ਬੜੇ ਆਪੱਤੀਜਨਕ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਸਨ। ਸੰਘੇੜਾ ਸਾਹਿਬ, ਜਿਵੇਂ ਮੇਰੇ ਪਹਿਲੇ ਸਾਥੀਆਂ ਨੇ ਵੀ ਕਿਹਾ, ਦੇਸ਼ ਦੇ ਵਿੱਚ ਅਲੱਗ-ਅਲੱਗ ਰਾਜ ਰਹੇ, ਰਾਜਾਂ ਦੇ ਵਿੱਚ ਅਲੱਗ ਸਰਕਾਰਾਂ ਰਹੀਆਂ, ਕੇਂਦਰ ਦੇ ਵਿੱਚ ਅਲੱਗ ਸਰਕਾਰਾਂ ਰਹੀਆਂ, ਗਵਰਨਰ ਜਾਂ ਆਪਾਂ ਕਹੀਏ ਕਿ ਨੋਮੀਨੇਟਡ ਹੋਰ ਦੇ ਹੋਏ। ਔਰ ਰੀਸੈਂਟ ਐਗਜ਼ਾਮਪਲ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੀ ਹੈ। ਤੁਸੀਂ ਉੜੀਸਾ 'ਚ ਦੇਖ ਲਵੋ, ਆਂਧਰਾ 'ਚ ਦੇਖ ਲਵੋ, ਤੇਲੰਗਾਨਾ 'ਚ ਦੇਖ ਲਵੋ, ਰਾਜਸਥਾਨ 'ਚ ਦੇਖ ਲਵੋ। ਤੁਸੀਂ ਕਿਹੜੀ ਸਟੇਟ 'ਚ ਦੇਖਣਾ ਚਾਹੁੰਦੇ ਹੋ? ਰੇੜਕਾ ਤੁਹਾਡਾ ਹੀ ਕਿਉਂ ਪੈਂਦਾ ਹੈਗਾ? ਉਹਦਾ ਕਾਰਨ ਹੈ ਕਿ ਤੁਸੀਂ ਨਾ ਦੇਸ਼ ਦੇ ਸੰਵਿਧਾਨ ਨੂੰ ਮੰਨਣ ਨੂੰ ਤਿਆਰ ਹੋ, ਨਾ ਦੇਸ਼ ਦੇ ਕਾਨੂੰਨ ਨੂੰ ਮੰਨਣ ਨੂੰ ਤਿਆਰ ਹੋ, ਨਾ ਸੁਪਰੀਮ ਕੋਰਟ ਨੂੰ ਮੰਨਣ ਨੂੰ ਤਿਆਰ ਹੋ, ਤੇ ਫਿਰ ਰੇੜਕਾ ਤਾਂ ਆਪੇ ਪਏਗਾ ਹੀ ਪਏਗਾ। ਔਰ ਤੁਹਾਡੀ ਪਾਲਿਸੀ, ਇੱਕ ਮਿੰਟ ਸੰਘੇੜਾ ਸਾਹਿਬ ਵਿੱਚ ਨਾ ਬੋਲੋ, ਕੰਪਲੀਟ ਕਰੋ ਸਰ, ਸਮਾਂ ਬਹੁਤ ਘੱਟ ਹੈ। ਸਰੀਨ ਸਾਹਿਬ ਕੰਪਲੀਟ ਕਰ ਲਓ, ਸਮਾਂ ਪਿੱਛੇ ਬਹੁਤ ਘੱਟ ਹੈ, ਮੈਂ ਜ਼ਿਆਦਾ ਸਮਾਂ ਨਹੀਂ ਦੇ ਪਾਉਂਗਾ। ਹਾਂ ਠੀਕ ਹੈ, ਤੁਸੀਂ ਕੰਪਲੀਟ ਕਰ ਲਓ ਪਲੀਜ਼, ਆਪਣੀ ਗੱਲ ਰੱਖੋ। ਸਵਾਲ ਇੰਨਾ ਹੈਗਾ, ਆਮ ਆਦਮੀ ਪਾਰਟੀ ਦੀ ਇਹ ਆਦਤ ਹੈਗੀ ਹੈ ਕਿ ਮੈਂ ਨਾ ਸੰਵਿਧਾਨ ਨਾਲ ਚੱਲਣਾ, ਨਾ ਕਾਨੂੰਨ ਨਾਲ ਚੱਲਣਾ, ਮੈਂ ਸਿਰਫ ਆਪਣੀ ਚਲਾਣੀ ਹੈ ਜੋ ਅਰਵਿੰਦ ਕੇਜਰੀਵਾਲ ਕਹੇਗਾ। ਮੈਨੂੰ ਇੱਕ ਚੀਜ਼ ਦੱਸੋ, ਜੇ ਗਵਰਨਰ ਨੇ ਕੋਈ ਇਨਫੋਰਮੇਸ਼ਨ ਮੰਗੀ ਤੁਹਾਨੂੰ ਦੇਣ 'ਚ ਕੀ ਤਕਲੀਫ ਹੈ? ਕਿਉਂ ਭ੍ਰਿਸ਼ਟਾਚਾਰ ਨਹੀਂ, ਇਨਫੋਰਮੇਸ਼ਨ ਨਹੀਂ ਦਿੱਤੀ ਤਾਂ ਸੈਸ਼ਨ ਨਹੀਂ ਇੱਕ ਸੈਕਿੰਡ ਸਰ, ਮੈਂ ਜਵਾਬ ਲੈ ਲਾਂਗਾ ਮੈਂ। ਸਰੀਨ ਸਾਹਿਬ ਤੁਸੀਂ ਇਹ ਦੱਸੋ ਕਿ ਇਨਫੋਰਮੇਸ਼ਨ ਨਹੀਂ ਦਿੱਤੀ ਇਸ ਕਰਕੇ ਸੈਸ਼ਨ ਇਨਵੈਲਿਡ ਹੈ। ਦੋਵੇਂ ਆਗੇ ਇਸ਼ੂ ਨੇ ਨਾ। ਕਿਹੜੇ? ਨਹੀਂ that is separate ਇਨਫੋਰਮੇਸ਼ਨ ਨਹੀਂ ਦਿੱਤੀ ਇਸ ਕਰਕੇ ਸੈਸ਼ਨ ਵੈਲਿਡ ਨਹੀਂ ਹੈ। ਸੈਪਰੇਟ ਇਸ਼ੂ, ਔਰ ਜਿਹੜਾ ਸੈਸ਼ਨ ਬੁਲਾਣਾ ਉਹ ਇੱਕ ਸੈਪਰੇਟ ਇਸ਼ੂ ਹੈ। ਸੈਸ਼ਨ ਤਾਂ ਮੈਂ ਦੱਸ ਰਿਹਾ ਇਸ ਕਰਕੇ ਅਨਕਨਸਟੀਟਿਊਸ਼ਨਲ ਹੈ ਕਿ ਬੁਲਾਣ, ਜੇ ਪੁਰਾਣਾ ਇਹ ਅੱਗੇ ਵਧਾ ਨਹੀਂ ਸਕਦੇ ਸੀਗੇ, that was already ਖਤਮ ਹੋ ਚੁੱਕਾ ਸੀਗਾ, ਨਵਾਂ ਬੁਲਾਣਾ ਸੀ ਤੇ ਗਵਰਨਰ ਠੀਕ ਹੈ। ਚਲੋ ਸਮਾਂ ਬਹੁਤ ਘੱਟ ਹੈ ਸਰ, ਮੈਂ ਸਾਰਿਆਂ ਤੋਂ ਇੱਕ ਰਿਐਕਸ਼ਨ ਜ਼ਰੂਰ ਲੈਣਾ। ਮੈਂ ਇੱਕ ਵਾਰ ਰੁਕ ਕਰਦਾ, ਸਾਡੇ ਨਾਲ ਤਲਵਾਰ ਜੀ ਜੁੜੇ ਹੋਏ ਨੇ, ਅਮਨ ਜੀ। ਅਮਨ ਜੀ ਦੇਖੋ, ਆਪਾਂ ਪਹਿਲਾਂ ਬਹੁਤ ਤੁਸੀਂ ਕਲੀਅਰ ਕੀਤਾ ਕਿ ਦੋਵੇਂ ਅਲੱਗ-ਅਲੱਗ ਇਸ਼ੂਜ਼ ਨੇ, ਸੈਸ਼ਨ ਵੀ ਔਰ ਜੋ ਇਨਫੋਰਮੇਸ਼ਨ ਵਾਲਾ ਜੋ ਦੇਣ ਦੇ ਲਈ ਪਾਬੰਦ ਹੈ ਸਰਕਾਰ, ਉਹ ਵੀ ਇੱਕ ਡਿਫਰੈਂਟ ਹੈ। ਹੁਣ ਨੈਕਸਟ ਮੈਂ ਸਟੈਪ ਦਾ ਜ਼ਿਕਰ ਕਰਾਂ ਕਿ ਜੇ ਸੈਸ਼ਨ ਨੂੰ ਇਨਵੈਲਿਡ ਕਹਿ ਦਿੱਤਾ ਤਾਂ ਹੁਣ ਸਰਕਾਰ ਦੇ ਕੋਲ ਅਗਲਾ ਕਦਮ ਕੀ ਹੈ, ਕੀ ਚੁੱਕ ਸਕਦੀ ਹੈ? ਜਾਂ ਦੂਜਾ, ਜਿਹੜੇ 4 ਉਸ ਸਮੇਂ ਬਿੱਲ ਲਿਆਂਦੇ ਗਏ ਕਿ ਉਹਨਾਂ ਦੇ ਵਜੂਦ ਦੇ ਉੱਤੇ ਵੀ ਖਤਰਾ ਹੋਏਗਾ, ਜਾਂ ਫਿਰ ਜੇ ਬਿੱਲ ਇੱਕ ਵਾਰੀ ਸੈਸ਼ਨ ਨੇ ਪਾਸ ਕਰ ਦਿੱਤਾ ਵਿਧਾਨ ਸਭਾ ਨੇ ਤਾਂ ਉਹ ਉਸ ਦੇ ਉੱਪਰ ਮੋਹਰ ਲਗਾਣੀ ਹੋਏਗੀ, ਜਾਂ ਜੋ ਵੀ ਪ੍ਰੋਸੈਸ ਹੈ ਉਸ ਨੂੰ ਅਪਣਾਉਣਾ ਹੋਏਗਾ ਗਵਰਨਰ? ਦੇਖੋ ਜੀ, ਜੇ ਤਾਂ ਗਵਰਨਰ ਸਾਹਿਬ ਇਹ ਬਿਲਸ ਨੂੰ ਐਕਟ ਬਣਾਉਣ ਤੋਂ ਰਿਫਿਊਜ਼ ਕਰ ਦਿੰਦੇ ਨੇ, ਉਸ ਸਿਚੁਏਸ਼ਨ ਦੇ ਵਿੱਚ ਉਹ ਕੋਈ ਵੀ ਰੀਜ਼ਨ ਦੇ ਸਕਦੇ ਨੇ। ਉਹ ਆ ਰੀਜ਼ਨ ਦੇ ਸਕਦੇ ਨੇ ਕਿ 174 ਦੇ ਹਿਸਾਬ ਨਾਲ ਇਹ ਜਿਹੜੇ ਲਾਅ ਹੈ ਇੱਕ ਪ੍ਰੋਪਰਲੀ ਕਨਵੀਨਡ ਸੈਸ਼ਨ ਦੇ ਵਿੱਚ ਨਹੀਂ ਪਾਸ ਹੋਏ ਨੇ, ਤੇ ਇਸ ਕਰਕੇ ਮੈਂ ਰਿਫਿਊਜ਼ ਕਰਦਾ ਇਹਦੇ ਤੇ ਅਸੈਂਟ ਆਫ ਦ ਗਵਰਨਰ ਦੇਣ ਨੂੰ। ਜਦੋਂ ਇਹੋ ਜੀ ਸਿਚੁਏਸ਼ਨ ਉੱਠ ਜਾਂਦੀ ਹੈ, ਫਿਰ ਸਟੇਟ ਗਵਰਨਮੈਂਟ ਕੋਲ ਹੋਰ ਕੋਈ ਚਾਰਾ ਨਹੀਂ ਹੋਏਗਾ ਪਰ ਕਚਹਿਰੀ ਦੇ ਦਰਵਾਜ਼ੇ ਖਟਖਟਾਉਣ ਦਾ। ਪਰ ਇਹ ਜਿਹੜੀ ਸਾਰੀ ਸਿਚੁਏਸ਼ਨ ਹੈ ਨਾ, ਇਹ ਸਾਰੀ ਸਿਚੁਏਸ਼ਨ ਸਾਡੀ ਕਨਸਟੀਟਿਊਸ਼ਨ ਪ੍ਰੋਵਾਈਡ ਕਰਦੀ ਹੈ ਮੈਕੈਨਿਜ਼ਮ ਇਹਨੂੰ ਡੀਲ ਕਰਨ ਵਾਸਤੇ। 174 ਦੇ ਅੰਦਰ ਜਦੋਂ ਸੈਸ਼ਨ ਬੁਲਾ ਲਿਆ ਜਾਂਦਾ ਹੈ, ਜੇ ਕੋਈ ਬਿੱਲ ਉੱਥੇ ਪ੍ਰੈਜ਼ੈਂਟ ਹੋਇਆ, ਉਹਦੀ ਇਨਫੋਰਮੇਸ਼ਨ ਗਵਰਨਰ ਸਾਹਿਬ ਕੋਲ ਹੈਗੀ ਹੈ। ਜੇ ਗਵਰਨਰ ਸਾਹਿਬ ਉਹਦੇ ਰਿਲੇਸ਼ਨ 'ਚ ਕੋਈ ਕਮੈਂਟ ਦੇਣਾ ਚਾਹੁੰਦੇ ਨੇ, ਜੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਪਬਲਿਕ ਹਿੱਤ 'ਚ ਨਹੀਂ ਹੈ ਜਾਂ ਪਾਵਰ ਤੋਂ ਬਾਹਰ ਹੈ ਲੈਜਿਸਲੇਚਰ ਦੀ, ਤੇ ਆਰਟੀਕਲ 175 ਪ੍ਰੋਵਾਈਡ ਕਰਦਾ ਹੈ ਕਿ ਗਵਰਨਰ ਸਾਹਿਬ ਆਪਣੇ ਕਮੈਂਟ ਲੈਜਿਸਲੇਟਿਵ ਅਸੈਂਬਲੀ ਕੋਲ ਭੇਜ ਦੇਣਗੇ, ਤੇ ਲੈਜਿਸਲੇਟਿਵ ਅਸੈਂਬਲੀ ਤੇ ਮੈਂਡੇਟ ਪਾਉਂਦਾ ਉਹਨਾਂ ਨੂੰ ਕੰਸੀਡਰ ਕਰਨ ਦਾ। ਤੇ ਇਹ ਸਿਚੁਏਸ਼ਨਸ ਜਿਹੜੀਆਂ ਨੇ, ਇਹ ਬੜੀ ਸਟੇਟਮੈਂਟਸ਼ਿਪ ਨਾਲ ਰਿਜ਼ੋਲਵ ਹੋ ਸਕਦੀਆਂ ਨੇ। ਇਹ ਸਟੇਟਮੈਂਟਸ਼ਿਪਸ ਲੌਗਰ ਹੈਡ ਲਾ ਕੇ ਨਹੀਂ ਰਿਜ਼ੋਲਵ ਹੋਣਗੀਆਂ, ਬਿਕੋਜ਼ ਦੇਖੋ ਜੀ, ਕਨਸਟੀਟਿਊਸ਼ਨ ਗਵਰਨਰ ਸਾਹਿਬ ਨੂੰ ਪਾਵਰ ਦਿੰਦੀ ਹੈ ਉਸ ਬਿੱਲ ਨੂੰ ਅਸੈਂਟ ਦੇਣ ਦੀ ਜਾਂ ਨਹੀਂ ਦੇਣ ਦੀ। ਠੀਕ ਹੈ, ਜੇ ਉਹ ਕਮੈਂਟ ਨਾਲ ਵਾਪਸ ਭੇਜਦੇ ਨੇ, ਸੈਕੰਡ ਟਾਈਮ ਉਹ ਮਨਾ ਨਹੀਂ ਕਰ ਸਕਦੇ।
ਪਰ ਜੇ ਇੱਥੇ ਉਹ ਇਹ ਡਿਕਲੇਅਰ ਬਿਲਕੁਲ, ਕਰ ਮੈਂ ਵੀ ਇਹ ਕਹਿ ਦੇਣ ਰਿਹਾ ਕਿ ਇਹ ਸੈਸ਼ਨ ਤੋਂ ਬਾਹਰ ਪਾਸ ਹੋਇਆ, ਫਿਰ ਸਿਚੁਏਸ਼ਨ ਹੋਰ ਹੋ ਜਾਏਗੀ। ਫਿਰ ਪਹਿਲਾਂ ਕਚਹਿਰੀ ਐਡਜੂਡੀਕੇਟ ਕਰੇਗੀ ਕਿ ਸੈਸ਼ਨ ਪ੍ਰੋਪਰਲੀ ਕਨਵੀਨਡ ਸੀਗਾ 174 ਦੇ ਅੰਦਰ ਜਾਂ ਨਹੀਂ ਸੀਗਾ ਉਸ ਸਟੇਜ ਤੇ, ਬਿਕੋਜ਼ ਜਦ ਤੱਕ ਉਹ ਫੈਕਚੁਅਲ ਜੀ ਸਰ, ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਰਿਕਾਰਡ ਮੈਂ ਤੇ ਮਾਫੀ ਨਹੀਂ ਆਉਂਦਾ ਹੈ ਕਿ ਸੈਸ਼ਨ ਨੂੰ ਅਡਜਰਨ ਕਿੱਦਾਂ ਕੀਤਾ ਗਿਆ ਸੀ। ਠੀਕ ਹੈ, ਮਤਲਬ ਉਹ ਗੱਲ ਇਹ ਹੈ ਕਿ ਹੁਣ ਬਜਟ ਸੈਸ਼ਨ ਦੇ ਉੱਤੇ ਵੀ ਜਾ ਕੇ ਨਜ਼ਰਾਂ ਟਿਕਦੀਆਂ ਨੇ ਕਿ ਉਸ ਸਮੇਂ ਸਪੀਕਰ ਸਾਹਿਬ ਦੇ ਵੱਲੋਂ ਕੀ ਕਿਹਾ ਗਿਆ ਸੀ ਜਦੋਂ ਸੈਸ਼ਨ ਖਤਮ ਹੋਇਆ ਸੀ ਬਜਟ ਸੈਸ਼ਨ। ਹਾਂਜੀ। ਭੁੱਲਰ ਸਾਹਿਬ, ਇੱਕ ਬਹੁਤ ਛੋਟਾ ਜਿਹਾ ਆਖਰੀ ਕਮੈਂਟ ਤੁਹਾਡਾ। ਸਰਕਾਰ ਦਾ ਤਰਕ ਇਹ ਹੈ ਕਿ ਜੋ ਲੋਕਾਂ ਦੇ ਵੱਲੋਂ ਚੁਣੀ ਹੋਈ ਸਰਕਾਰ ਹੈ ਉਸ ਦੇ ਕੰਮ ਦੇ ਵਿੱਚ ਅੜਿੱਕਾ ਪਾਇਆ ਜਾ ਰਿਹਾ, ਕਿ ਅਕਾਲੀ ਦਲ ਨੂੰ ਇਸ ਤਰੀਕੇ ਨਾਲ ਲੱਗਦਾ ਕਿ ਨਹੀਂ? ਦੇਖੋ, ਬਹੁਤ ਵਾਰੀ ਗੱਲ ਫੈਡਰਲ ਸਿਸਟਮ ਦੀ ਵੀ ਹੁੰਦੀ ਹੈ, ਉਸ ਦੇ ਨਾਲ ਵੀ ਇਸ ਨੂੰ ਜੋੜਿਆ ਜਾ ਰਿਹਾ। ਭੁੱਲਰ ਜੀ, ਬਹੁਤ ਛੋਟਾ ਕਮੈਂਟ ਰੱਖਿਓ ਸਰ ਪਲੀਜ਼। ਗੱਲ ਇਸ ਤਰ੍ਹਾਂ ਹੈ ਕਿ ਜਿਹੜੀ ਕੇਸਰੀ ਪੱਗ ਬੰਨ੍ਹ ਕੇ ਸ਼ਹੀਦ ਭਗਤ ਸਿੰਘ ਨਹੀਂ ਬਣਿਆ ਜਾ ਸਕਦਾ, ਡਾਕਟਰ ਅੰਬੇਦਕਰ ਸਾਹਿਬ ਦੀ ਫੋਟੋ ਪਿੱਛੇ ਟੰਗ ਕੇ ਡਾਕਟਰ ਅੰਬੇਦਕਰ ਸਾਹਿਬ ਨਹੀਂ ਬਣਿਆ ਜਾ ਸਕਦਾ। ਇਹ ਜਿਹੜੀ ਨਕਲੀ ਬਣੇ ਹੋਏ ਲੋਕ ਨੇ, ਇਹ ਨਾ ਤੇ ਕਿਸੇ ਸੰਵਿਧਾਨ ਨੂੰ ਮੰਨਦੇ ਨੇ, ਨਾ ਕਿਸੇ ਹੋਰ ਚੀਜ਼ ਨੂੰ ਮੰਨਦੇ ਨੇ। ਮੇਰੀ ਸੰਘੇੜਾ ਸਾਹਿਬ ਨੂੰ ਬੇਨਤੀ ਹੈ ਕਿ ਘੱਟੋ ਘੱਟ 1.5 ਸਾਲ ਤੋਂ ਪੰਜਾਬ ਦਾ ਬੇੜਾ ਗਰ ਕਰਕੇ ਰੱਖਤਾ ਹੈ। ਮੁੱਖ ਮੰਤਰੀ ਸਾਹਿਬ ਨੂੰ ਕਹੋ ਪੰਜਾਬ ਵੱਲ ਧਿਆਨ ਦੇਣ। ਅਗਲੇ ਜਿਹੜੇ 3.5 ਸਾਲ ਤੁਹਾਡੇ ਰਹਿ ਗਏ ਨੇ, ਉਹਦੇ 'ਚ ਪੰਜਾਬ ਬਾਰੇ ਕੋਈ ਸੋਚ ਲਓ। ਕੇਜਰੀਵਾਲ ਦੇ ਪਿੱਛੇ ਲੱਗ ਕੇ ਤੁਸੀਂ ਸਾਰੇ ਪੰਜਾਬ ਦਾ ਬੇੜਾ ਨਾ ਗਰਕ ਕਰੋ। ਜਿਹੜੀ ਦਿੱਲੀ ਦੀ ਅੱਗ ਹੈ ਉਹਦੇ ਨਾਲ ਪੰਜਾਬ ਨਾ ਸਾੜੋ। ਤੁਸੀਂ ਪੰਜਾਬ ਦਾ ਭਲਾ ਕਰ ਲਓ। ਤੁਸੀਂ ਕੋਈ ਥੋੜਾ ਜਿਹਾ ਪੰਜਾਬ ਦੇ ਲੋਕਾਂ ਬਾਰੇ ਸੋਚ ਲਓ। ਇਹ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਸੰਘੇੜਾ ਸਾਹਿਬ, ਔਰ ਇਹਨੇ ਫਰਸਟ੍ਰੇਟਡ ਨਾ ਹੋ ਤੁਸੀਂ, ਕਿਉਂਕਿ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਮੈਂ ਸੰਘੇੜਾ ਸਾਹਿਬ ਦਾ ਇੱਕ ਫਾਈਨਲ ਰਿਐਕਸ਼ਨ ਲੈਣਾ। ਮੈਂ ਭੁੱਲਰ ਜੀ ਮਾਫੀ ਚਾਹੁੰਦਾ, ਵਿਚਾਲੇ ਰੋਕ ਰਿਹਾ, ਸਮਾਂ ਬਹੁਤ ਘੱਟ ਹੈ। ਸੰਘੇੜਾ ਸਾਹਿਬ, ਦੇਖੋ, ਬਹੁਤ ਸਾਰੇ ਬਿਆਨਾਂ ਦੇ ਵਿਚਾਲੇ ਤੁਸੀਂ ਜਵਾਬ ਦੇਣਾ ਹੋਣਾ, ਪਰ ਪੰਜਾਬ ਦੇ ਲੋਕ ਹੁਣ ਜਾਣਨਾ ਚਾਹੁੰਦੇ ਨੇ ਕਿ ਸਰਕਾਰ ਦਾ ਨੈਕਸਟ ਸਟੈਪ ਕੀ ਹੋਏਗਾ। ਤੁਸੀਂ ਸਟਾਰਟ ਕੀਤਾ ਸੀ ਕਿ ਗਵਰਨਰ ਸਾਹਿਬ ਵਾਟ ਨੈਕਸਟ, ਲੋਕ ਵੀ ਜਾਣਨਾ ਚਾਹੁੰਦੇ ਨੇ ਕਿ ਸਰਕਾਰ ਹੁਣ ਵਾਟ ਨੈਕਸਟ ਕੀ ਕਰਨ ਜਾ ਰਹੀ ਹੈ। ਸਰਕਾਰ ਤਾਂ ਆਪਣਾ ਕੰਮ ਕਰ ਰਹੀ ਹੈ, ਗਵਰਨਰ ਸਾਹਿਬ ਨੂੰ ਡਿਲੇ ਕਰ ਰਹੇ ਨੇ, ਹਰ ਇੱਕ ਕੰਮ ਚ ਅੜਚਨ ਪਾ ਰਹੇ ਨੇ। ਜਿਸ ਤਰ੍ਹਾਂ ਨਹੀਂ, ਉਹਨਾਂ ਨੇ ਦੱਸ ਦਿੱਤਾ ਹੈ, ਉਹ ਕਹਿੰਦੇ ਕਿ ਇਨਵੈਲਿਡ ਹੈ, ਇਸ ਕਰਕੇ 4 ਬਿੱਲ ਦੇ ਉੱਪਰ ਉਹ ਕੋਈ ਗੌਰ ਨਹੀਂ ਕਰ ਰਹੇ। ਸੈਸ਼ਨ ਇਨਵੈਲਿਡ ਕਹਿ ਦਿੱਤਾ ਉਹਨਾਂ ਨੇ। ਹੁਣ ਅੱਗੇ ਸਰਕਾਰ ਕੀ ਸੁਪਰੀਮ ਕੋਰਟ ਜਾਏਗੀ? ਅਮਨ ਤਲਵਾਰ ਸਾਹਿਬ ਨੇ ਜਵਾਬ ਦੇ ਦਿੱਤਾ, ਜੇ ਉਹ ਕਰਨਗੇ ਤਾਂ ਲਿਟੀਗੇਸ਼ਨ ਹੈ। ਫਿਰ ਲਿਟੀਗੇਸ਼ਨ ਕਿਹੜੀ ਚੀਜ਼ ਹੁੰਦੀ ਹੈ? ਜਦੋਂ ਕੋਈ ਗੈਰ ਸੰਵਿਧਾਨਕ ਗੱਲ ਕਰੇ, ਗਵਰਨਰ ਸਾਹਿਬ ਕੋ ਅਧਿਕਾਰ ਹੀ ਨਹੀਂ ਹੈ। ਬਿਲਕੁਲ ਤੁਸੀਂ ਹੁਣ ਕਹਿ ਰਹੇ ਨੇ ਜਿਹੜੇ ਚਿੱਠੀਆਂ ਜਵਾਬ ਦਿੱਤਾ, ਮੈਂ ਸਕਰੀਨ ਸਾਹਿਬ ਨੂੰ ਦੱਸ ਦੇਣਾ ਚਾਹੁੰਦਾ ਹਾਂ। ਚਿੱਠੀਆਂ ਦਾ ਕੀ ਪੁੱਛਿਆ ਉਹਨਾਂ ਨੇ? ਹੁਣ ਲੇਟੈਸਟ ਚਿੱਠੀ ਚ ਕੀ ਲਿਖਿਆ ਕਿ ਮੇਰੇ ਕੋਲ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਨੇ। ਹੁਣ ਦੱਸੋ ਕੀ ਜਵਾਬ ਦਈਏ? ਇਹੀ ਜਵਾਬ ਦੇਵਾਂਗੇ ਤੇ ਉਹਨਾਂ ਨੇ ਇਨਕੁਆਇਰੀ ਕਰਵਾ ਲਓ ਜੀ, ਅਸੀਂ ਕਰ ਲੈਂਦੇ ਹਾਂ। ਦੱਸੋ, ਮਤਲਬ ਫਿਰ ਤੁਹਾਡਾ ਸੁਧਾਰ ਗੈਰ ਸੁਧਾਰਕ ਹੈ ਜੋ ਸੈਸ਼ਨ ਬਣਾਇਆ ਸੀ। ਮੈਂ ਠੀਕ ਹੈ, ਦੱਸੋ ਜੀ ਕੀ ਜਵਾਬ ਦਈਏ? ਦੱਸੋ ਮੇਰੇ ਅੱਗੇ ਕੀ ਕਰਨਾ, ਕੀ ਕਰੋਗੇ ਤੁਸੀਂ? ਇਹਨਾਂ ਨੂੰ ਅਧਿਕਾਰ ਦੇਣਗੇ ਕਿ ਗਵਰਨਰ ਸਾਹਿਬ ਕੋ ਇੱਕ ਸੈਸ਼ਨ। ਠੀਕ ਹੈ ਸੰਘੇੜਾ ਸਾਹਿਬ, ਮੈਂ ਵਿਚਾਲੇ ਰੋਕ ਰਿਹਾ ਸਰ, ਸਮਾਂ ਖਤਮ ਹੋ ਚੱਲਿਆ ਮੇਰੇ ਕੋਲ। ਠੀਕ ਹੈ, ਤੁਹਾਡੀ ਗੱਲ ਉਮੀਦ ਹੈ ਕਿ ਲੋਕਾਂ ਤੱਕ ਵੀ ਪਹੁੰਚ ਗਈ ਹੋਏਗੀ। ਅੱਜ ਤੁਹਾਡੀ ਆਵਾਜ਼ ਥੋੜੀ ਜਿਹੀ ਗੂੰਜ ਰਹੀ ਸੀ ਔਰ ਥੋੜੀ ਜਿਹੀ ਜਿਵੇਂ ਇਕੋ ਹੁੰਦੀ ਹੈ ਆਵਾਜ਼ ਦੇ ਵਿੱਚ, ਉਸ ਤਰੀਕੇ ਨਾਲ ਸੀ, ਪਰ ਫਿਰ ਵੀ ਬਹੁਤ ਜਿਹੜੀਆਂ ਪੁਆਇੰਟਸ ਨੇ ਉਹ ਲੋਕਾਂ ਤੱਕ ਪਹੁੰਚੇ ਨੇ। ਹੁਣ ਗੱਲ ਇਹੀ ਹੈ ਕਿ ਸਰਕਾਰ ਦੇ ਕੋਲ ਅੱਗੇ ਬਦਲ ਕੀ ਬਚਦੇ ਨੇ। ਕਾਨੂੰਨ ਵਾਲਾ, ਅਦਾਲਤ ਵਾਲਾ ਬਦਲ ਤਾਂ ਹਮੇਸ਼ਾ ਲਾਜ਼ਮੀ ਤੌਰ ਤੇ ਖੁੱਲ੍ਹਾ ਹੀ ਰਹਿੰਦਾ ਹੈ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ, ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਮੁੱਦਾ ਉਹੀ ਹੈ, ਸਵਾਲ ਇਹੀ ਹੈ ਕਿ ਹੁਣ ਇਹ ਪੂਰਾ ਜਿਹੜਾ ਇੱਕ ਤਰੀਕੇ ਨਾਲ ਚਾਰਾਜੋਈ ਚੱਲ ਰਹੀ ਹੈ ਜਾਂ ਜੱਦੋ ਜਹਿਦ ਹੈ ਜਾਂ ਆਮੋ ਸਾਹਮਣੇ ਨੇ, ਖਤਮ ਕਿਵੇਂ ਹੋਏਗਾ? ਡਾਇਲੌਗਸ ਦੇ ਨਾਲ ਖਤਮ ਹੋਣਾ ਹੈ, ਗੱਲਬਾਤ ਦੇ ਨਾਲ ਹੀ ਖਤਮ ਹੋਣਾ ਹੈ। ਪਰ ਕੀ ਗੱਲਬਾਤ ਹੋਏਗੀ ਦੋਵੇਂ ਆਗੂਆਂ ਦੇ ਵਿਚਾਲੇ? ਫਿਲਹਾਲ ਆਸਾਰ ਬਹੁਤ ਘੱਟ ਨਜ਼ਰ ਆ ਰਹੇ ਨੇ। ਹੁਣ ਇਸ ਦਾ ਇੰਪੈਕਟ ਪੰਜਾਬ ਦੇ ਉੱਤੇ ਕੀ ਪੈਂਦਾ ਹੈ? ਜਿਹੜੇ ਬਿੱਲ ਨੇ ਉਹ 4 ਫਸੇ ਰਹਿ ਸਕਦੇ ਨੇ। ਹੁਣ ਅਗਲਾ ਸੈਸ਼ਨ ਸੱਦਿਆ ਜਾਂਦਾ ਹੈ, ਉਸ ਦੇ ਉੱਤੇ ਕੀ ਗੱਲ ਹੁੰਦੀ ਹੈ, ਉਸ ਦੇ ਵਿੱਚ ਕਿਹੜੇ ਬਿੱਲ ਆਉਂਦੇ ਨੇ, ਉਸ ਦੇ ਉੱਤੇ ਰਾਜਪਾਲ ਕੀ ਕਹਿੰਦੇ ਨੇ, ਉਸ ਦੇ ਉੱਤੇ ਸੀਐਮ ਕੀ ਕਹਿੰਦੇ ਨੇ, ਸਭ ਦੇ ਉੱਤੇ ਸਭ ਦੀ ਨਜ਼ਰ ਜ਼ਰੂਰ ਰਹੇਗੀ। ਪਰ ਪੰਜਾਬ ਦੇ ਲੋਕ ਉਮੀਦ ਜ਼ਰੂਰ ਕਰਦੇ ਨੇ, ਚਾਹੇ ਮੁੱਖ ਮੰਤਰੀ ਸਾਹਿਬ ਹੋਣ ਜਾਂ ਫਿਰ ਗਵਰਨਰ ਸਾਹਿਬ, ਕਿ ਦੋਵੇਂ ਹੈਗੇ ਤਾਂ ਪੰਜਾਬ ਦੇ ਹੀ ਨੇ, ਕਿ ਜੇਕਰ ਕਿਸੇ ਗੱਲ ਨੂੰ ਲੈ ਕੇ ਕੋਈ ਤਰਕ ਵਿਤਰਕ ਹੋ ਰਿਹਾ ਹੈ ਤਾਂ ਫਿਰ ਬੈਠ ਕੇ ਗੱਲ ਨੂੰ ਸੁਲਝਾ ਲਿਆ ਜਾਵੇ ਤਾਂ ਕਿ ਪੰਜਾਬ ਦਾ ਕੋਈ ਨੁਕਸਾਨ ਨਾ ਹੋਵੇ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ। ਇਜਾਜ਼ਤ।